हेलो स्टूडेंट्स, ਆਪਾਂ ਆਪਣੇ ਪਿਛਲੇ ਟੌਪਿਕ ਨੂੰ ਐਸ ਕੰਟੀਨਿਊ ਕਰਦੇ ਹੋਏ ਰਾਸ਼ਟਰਪਤੀ ਵਾਲਾ ਜਿਹੜਾ ਟੌਪਿਕ ਆਪਾਂ ਪਿਛਲੀ ਵੀਡੀਓ ਵਿੱਚ ਪੜ੍ਹਿਆ ਸੀ ਤਾਂ ਉਸ ਨੂੰ ਅੱਗੇ ਕੰਟੀਨਿਊ ਕਰਾਂਗੇ। ਅੱਜ ਆਪਾਂ ਆਪਣੇ ਪ੍ਰੈਜ਼ੀਡੈਂਟ ਦੇ ਟੌਪਿਕ ਨੂੰ ਤਾਂ ਆਪਾਂ ਪ੍ਰੈਜ਼ੀਡੈਂਟ ਦੇ ਟੌਪਿਕ ਵਿੱਚ ਪੜ੍ਹਿਆ ਸੀ। ਪ੍ਰੈਜ਼ੀਡੈਂਟ ਦਾ ਜਿਹੜਾ ਕਾਰਜਕਾਲ ਹੈ, ਟੈਨਿਓਰ ਹੈ, ਉਹ 5 ਸਾਲ ਹੁੰਦਾ ਹੈ ਔਰ ਉਸ ਦੀ ਜਿਹੜੀ ਚੁਣਾਵ ਨੇ, ਇਲੈਕਸ਼ਨਸ ਨੇ, ਉਹ ਕਿਸ ਤਰ੍ਹਾਂ ਹੁੰਦੇ ਨੇ ਲੋਕ ਸਭਾ, ਰਾਜ ਸਭਾ ਦੇ ਇਲੈਕਟਡ ਮੈਂਬਰਸ ਦੁਆਰਾ ਔਰ ਵਿਧਾਨ ਸਭਾਵਾਂ ਦੁਆਰਾ ਰਾਜਾਂ ਦੀਆਂ। ਦਿੱਲੀ ਅਤੇ ਪੁਡੂਚੇਰੀ ਜਿਹੜੀਆਂ ਦੋ ਵਿਧਾਨ ਸਭਾਵਾਂ ਨੇ ਉਹਨਾਂ ਦੇ ਇਲੈਕਟਡ ਜਿਹੜੇ MLAs ਨੇ ਉਹ ਸਾਰੇ ਮਿਲ ਕੇ ਭਾਰਤ ਦੇ ਰਾਸ਼ਟਰਪਤੀ ਨੂੰ ਚੁਣਦੇ ਨੇ। ਰਾਸ਼ਟਰਪਤੀ ਆਪਣਾ ਜਿਹੜਾ ਤਿਆਗ ਪੱਤਰ ਹੈ ਉਹ ਉਪ ਰਾਸ਼ਟਰਪਤੀ ਨੂੰ ਦਿੰਦਾ ਹੈ ਔਰ 71 ਨੰਬਰ ਆਰਟੀਕਲ ਹੈ ਜਿਹੜਾ, ਅਗਰ ਰਾਸ਼ਟਰਪਤੀ ਦੇ ਇਲੈਕਸ਼ਨਾਂ 'ਚ ਕੋਈ ਝਗੜਾ ਹੋ ਜਾਂਦਾ ਹੈ ਤਾਂ ਉਸ ਸੁਪਰੀਮ ਕੋਰਟ ਜਿਹੜਾ ਲਾਸਟ ਡਿਸੀਜਨ ਹੈ ਜਿਹੜਾ ਉਹ ਭਾਰਤ ਦੀ ਸੁਪਰੀਮ ਕੋਰਟ ਦਾ ਹੁੰਦਾ ਹੈ। ਇਸੇ ਤਰ੍ਹਾਂ 60 ਨੰਬਰ ਆਰਟੀਕਲ ਪੜ੍ਹਿਆ ਸੀ ਰਾਸ਼ਟਰਪਤੀ ਦੀ ਸ਼ਪਥ ਬਾਰੇ, ਜਿਹੜਾ ਕਿ ਭਾਰਤ ਦਾ ਚੀਫ ਜਸਟਿਸ ਚੁਕਾਉਂਦਾ ਉਹਨਾਂ ਨੂੰ। ਔਰ 61 ਨੰਬਰ ਆਰਟੀਕਲ ਸੀ ਇੰਪੀਚਮੈਂਟ, ਮਹਾਅਭਿਯੋਗ, ਰਾਸ਼ਟਰਪਤੀ ਨੂੰ ਹਟਾਇਆ ਕਿਸ ਤਰੀਕੇ ਨਾਲ ਜਾ ਸਕਦਾ ਹੈ। ਤਾਂ ਇਸ ਤਰ੍ਹਾਂ ਦੀਆਂ ਕਾਫੀ ਸਾਰੀਆਂ ਜਿਹੜੀਆਂ ਆਪਾਂ ਗੱਲਾਂ ਨੇ ਰਾਸ਼ਟਰਪਤੀ ਜੀ ਬਾਰੇ ਉਹ ਆਪਾਂ ਪੜ੍ਹਿਆ ਸੀ। ਰਾਸ਼ਟਰਪਤੀ ਭਾਰਤ ਦਾ ਪਹਿਲਾ ਨਾਗਰਿਕ ਹੁੰਦਾ ਹੈ। ਤਾਂ ਕਾਫੀ ਸਾਰੇ ਸਟੂਡੈਂਟਸ ਦੇ, ਬੱਚਿਆਂ ਦੇ, ਮੈਨੂੰ ਮੇਰੇ ਡੀਅਰ ਸਟੂਡੈਂਟਸ ਦੇ ਮੈਸੇਜ ਆਏ ਨੇ, ਕਮੈਂਟ ਬਾਕਸ ਵਿੱਚ ਕਮੈਂਟਸ ਆਏ ਨੇ ਵੀ ਸਰ ਇੱਕ ਵਾਰ ਰਾਸ਼ਟਰਪਤੀ ਦੇ ਇਲੈਕਸ਼ਨ ਦਾ ਜਿਹੜਾ ਪ੍ਰੋਸੈਸ ਹੈ ਉਹ ਜ਼ਰੂਰ ਦੁਬਾਰਾ ਸਮਝਾਉਣਾ। ਤਾਂ ਆਪਾਂ ਉਸ ਦੇ ਉੱਪਰ ਵੀ ਆਉਂਦੇ ਹਾਂ, ਉਸ ਨੂੰ ਸਮਝਦੇ ਹਾਂ ਪਹਿਲਾਂ, ਫਿਰ ਅੱਗੇ ਆਪਾਂ ਰਾਸ਼ਟਰਪਤੀ ਦੀ ਪਾਵਰਸ ਬਾਰੇ ਗੱਲ ਕਰਾਂਗੇ। ਤਾਂ ਆਓ ਬੱਚਿਓ ਸ਼ੁਰੂ ਕਰਦੇ ਹਾਂ ਅੱਜ ਦਾ ਟੌਪਿਕ। ਰਾਸ਼ਟਰਪਤੀ ਭਾਰਤ ਦਾ ਪ੍ਰੈਜ਼ੀਡੈਂਟ, ਜਿਸ ਨੂੰ ਕਿ ਆਪਾਂ ਭਾਰਤ ਦਾ ਪਹਿਲਾ ਵਿਅਕਤੀ ਕਹਿੰਦੇ ਹਾਂ, ਫਸਟ ਪਰਸਨ ਆਫ ਇੰਡੀਆ। ਤਾਂ ਆਪਾਂ ਪੜ੍ਹਿਆ ਸੀ ਆਰਟੀਕਲ 52 52 ਨੰਬਰ ਆਰਟੀਕਲ ਕਹਿੰਦਾ ਹੈ ਭਾਰਤ ਦਾ ਇੱਕ ਰਾਸ਼ਟਰਪਤੀ ਹੋਏਗਾ। 53 ਜਿਸ ਦੇ ਵਿੱਚ ਲਿਖਿਆ ਹੋਇਆ ਪਾਵਰਸ ਬਾਰੇ, ਜਿਹਦੇ ਬਾਰੇ ਆਪਾਂ ਅੱਜ ਪੜ੍ਹਾਂਗੇ। ਪਾਵਰਸ, ਰਾਸ਼ਟਰਪਤੀ ਦੀਆਂ ਸ਼ਕਤੀਆਂ, ਕਿਹੜੀਆਂ ਸ਼ਕਤੀਆਂ ਨੇ ਰਾਸ਼ਟਰਪਤੀ ਦੇ ਕੋਲ, ਕਿਸ ਤਰ੍ਹਾਂ ਉਹ ਉਹਨਾਂ ਦੀ ਵਰਤੋਂ ਕਰਦਾ ਹੈ, ਇਹ ਸਾਰਾ ਕੁਝ ਆਪਾਂ ਪੜ੍ਹਾਂਗੇ। 52 ਨੰਬਰ 'ਚ ਆਪਾਂ ਪੜ੍ਹਿਆ ਸੀ ਭਾਰਤ ਦਾ ਇੱਕ ਰਾਸ਼ਟਰਪਤੀ ਹੋਏਗਾ। 54 ਸੀ ਨਿਰਵਾਚਨ, ਰਾਸ਼ਟਰਪਤੀ ਦਾ ਜਿਹੜਾ ਨਿਰਵਾਚਨ ਹੈ ਉਹ ਕੌਣ ਕਰਦਾ ਹੈ। ਦੱਸਿਆ ਸੀ ਤੁਹਾਨੂੰ ਮੈਂ, ਲੋਕ ਸਭਾ ਪਲੱਸ ਰਾਜ ਸਭਾ ਪਲੱਸ ਵਿਧਾਨ ਸਭਾਵਾਂ, ਯਾਨੀ ਕਿ ਭਾਰਤ ਦੇ ਸਾਰੇ ਰਾਜਾਂ ਦੀਆਂ, ਅਤੇ ਪਲੱਸ ਦਿੱਲੀ ਔਰ ਪੁਡੂਚੇਰੀ ਜਿਹੜੀਆਂ ਕਿ 2 UT ਨੇ। ਇਹਨਾਂ ਦੋਨਾਂ UT ਦੇ ਵਿੱਚ ਵਿਧਾਨ ਸਭਾਵਾਂ ਨੇ। ਤਾਂ ਹੁਣ ਜਿਹੜੇ ਨਵਾਂ UT ਬਣੇ ਨੇ, 2 ਕੇਂਦਰ ਸ਼ਾਸਿਤ ਪ੍ਰਦੇਸ਼ 2 ਨਵੇਂ ਬਣੇ ਨੇ ਜਿਹੜੇ 31 ਅਕਤੂਬਰ 2019 ਨੂੰ, ਜੰਮੂ ਕਸ਼ਮੀਰ ਔਰ ਦੂਸਰਾ ਲੱਦਾਖ। ਤਾਂ ਜੰਮੂ ਕਸ਼ਮੀਰ ਦੇ ਵਿੱਚ ਵੀ ਜਿਹੜਾ ਵਿਧਾਨ ਸਭਾ ਦੀ ਪ੍ਰੋਵੀਜ਼ਨ ਰੱਖੀ ਗਈ ਹੈ ਤਾਂ ਉਹ ਦੇਖੋ ਕਦੋਂ ਤੱਕ, 2026 ਤੱਕ ਤਾਂ ਇਹਦੇ ਵਿੱਚ ਕੋਈ ਚੇਂਜ ਨਹੀਂ ਹੈਗੀ। 1971 ਦੀ ਜਿਹੜੀ ਜਨਸੰਖਿਆ ਉਹ ਆਧਾਰ ਹੈ ਇਹਦਾ। ਲੋਕ ਸਭਾ, ਰਾਜ ਸਭਾ, ਸਾਰੇ ਹੀ ਰਾਜਾਂ ਦੀਆਂ ਵਿਧਾਨ ਸਭਾਵਾਂ ਦੇ ਇਲੈਕਟਡ ਮੈਂਬਰਸ, ਨਿਰਵਾਚਿਤ ਮੈਂਬਰਸ, ਔਰ ਦਿੱਲੀ ਔਰ ਪੁਡੂਚੇਰੀ 1971 ਦੀ ਜਨਸੰਖਿਆ ਨੂੰ ਆਧਾਰ ਬਣਾ ਕੇ ਜਿਹੜਾ ਭਾਰਤ ਦੇ ਵਿੱਚ ਸਾਰੇ ਹੀ ਇਲੈਕਸ਼ਨਸ ਹੁੰਦੇ ਨੇ ਤਾਂ ਉਸ ਦਾ ਜਿਹੜਾ ਆਧਾਰ ਹੈ 1971। 55 ਜਿਹੜਾ ਉਹ ਕਹਿੰਦਾ ਹੈ ਨਿਰਵਾਚਨ ਦਾ ਸਿਸਟਮ, ਨਿਰਵਾਚਨ ਪਦ ਕਿਸ ਤਰ੍ਹਾਂ ਹੁੰਦਾ ਹੈ ਰਾਸ਼ਟਰਪਤੀ ਦਾ, ਨਿਰਵਾਚਨ ਦਾ ਢੰਗ, ਨਿਰਵਾਚਨ ਪੱਧਤੀ, ਨਿਰਵਾਚਨ ਦਾ ਢੰਗ। 56 ਨੰਬਰ ਆਰਟੀਕਲ ਕਹਿੰਦਾ ਹੈ ਕਾਰਜਕਾਲ, ਰਾਸ਼ਟਰਪਤੀ ਦਾ ਜਿਹੜਾ ਕਾਰਜਕਾਲ ਹੈ ਉਹ ਕਿੰਨੇ ਸਾਲ ਹੋਏਗਾ। ਦੱਸਿਆ ਸੀ ਤੁਹਾਨੂੰ ਬੱਚਿਓ 5 ਸਾਲ ਹੁੰਦਾ ਰਾਸ਼ਟਰਪਤੀ ਦਾ ਕਾਰਜਕਾਲ। ਹਾਂ, ਤਾਂ ਇਸ ਰਾਸ਼ਟਰਪਤੀ ਦੀ ਪੋਸਟ ਦਾ ਗੱਲ ਕੀਤੀ ਗਈ ਹੈ। ਰਾਸ਼ਟਰਪਤੀ ਦਾ ਅਹੁਦਾ, ਇਸ ਨੂੰ ਬੜੇ ਹੀ ਆਸਾਨ ਜਿਹੇ ਤਰੀਕੇ ਨਾਲ ਆਪਾਂ ਪਹਿਲੇ 5 ਆਰਟੀਕਲਸ ਨੂੰ ਯਾਦ ਰੱਖ ਸਕਦੇ ਹਾਂ ਜਿਹੜੇ ਕਿ ਰਾਸ਼ਟਰਪਤੀ ਨਾਲ ਸੰਬੰਧਿਤ ਨੇ। 52 ਕਹਿੰਦਾ ਹੈ ਅਹੁਦਾ ਹੋਏਗਾ, ਇੱਕ ਪੋਸਟ ਹੋਏਗੀ, ਪਹਿਲਾ ਪੋਸਟ, ਫਿਰ ਉਹਦੀਆਂ ਅਗਲੇ 'ਚ ਹੀ ਉਹਨੂੰ ਸ਼ਕਤੀਆਂ ਦੇ ਦਿੱਤੀਆਂ ਗਈਆਂ। ਪਹਿਲਾਂ ਪੋਸਟ ਕ੍ਰੀਏਟ ਕੀਤੀ ਗਈ, ਫਿਰ ਉਹਦੀਆਂ ਸ਼ਕਤੀਆਂ ਦੀ ਮੈਂਸ਼ਨ ਕਰ ਦਿੱਤਾ ਗਿਆ, ਪਾਵਰਸ ਨੂੰ ਮੈਂਸ਼ਨ ਕਰ ਦਿੱਤਾ ਗਿਆ। ਫਿਰ ਅਗਲੇ ਆਰਟੀਕਲ 'ਚ ਹੈ ਨਿਰਵਾਚਨ। ਤਾਂ ਨਿਰਵਾਚਨ ਕਿਸ ਤਰ੍ਹਾਂ ਹੋਏਗਾ, ਉਸ ਤੋਂ ਬਾਅਦ ਦੱਸ ਦਿੱਤਾ ਗਿਆ ਨਿਰਵਾਚਨ ਦਾ ਢੰਗ। ਪਹਿਲਾਂ ਦੱਸਿਆ ਨਿਰਵਾਚਨ ਕੌਣ ਕਰੇਗਾ, ਨਿਰਵਾਚਨ ਦਾ ਢੰਗ, ਤਰੀਕਾ। ਫਿਰ ਜਦੋਂ ਨਿਰਵਾਚਿਤ ਹੋ ਗਿਆ ਫਿਰ ਉਹਨੂੰ ਦੱਸਤਾ ਵੀ
ਤੁਸੀਂ ਇੰਨੇ ਸਾਲਾਂ ਲਈ ਕੰਮ ਕਰੋਗੇ ਭਾਈ ਸਾਹਿਬ। ਤਾਂ ਜਿਸ ਬੰਦੇ ਨੂੰ ਆਪਾਂ ਰਾਸ਼ਟਰਪਤੀ ਚੁਣ ਲਿਆ ਤਾਂ ਉਹਨੂੰ ਕਹਿਤਾ ਭਾਈ ਸਾਹਿਬ ਤੁਸੀਂ ਹੁਣ 5 ਸਾਲਾਂ ਲਈ ਕੰਮ ਕਰੋਗੇ, ਤੁਸੀਂ ਦੇਸ਼ ਦੀ ਸਭ ਤੋਂ ਵੱਡੀ ਪੋਸਟ ਦੇ ਉੱਪਰ ਕੰਮ ਕਰੋਗੇ ਤੇ ਤੁਹਾਨੂੰ ਇਸ ਕੰਮ ਲਈ ਤਨਖਾਹ ਦਿੱਤੀ ਜਾਏਗੀ ਕਿੰਨੀ? 5 ਲੱਖ ਰੁਪਏ। ਕਿੰਨੀ ਤਨਖਾਹ ਹੈ ਰਾਸ਼ਟਰਪਤੀ ਦੀ? ਆਪਾਂ ਗੱਲ ਕੀਤੀ ਸੀ 5 ਲੱਖ ਰੁਪਏ। ਔਰ ਇਹਦੇ ਉੱਪਰ ਕੋਈ ਵੀ ਜਿਹੜਾ ਟੈਕਸ ਨਹੀਂ ਲੱਗਦਾ ਔਰ ਟੈਕਸ ਦੇ ਉੱਪਰ ਵੀ ਛੂਟ ਹੈ ਦਿੱਤੀ ਗਈ ਹੈ ਕਿਉਂਕਿ ਬੜਾ ਹੀ ਜਿਹੜਾ ਰਾਸ਼ਟਰਪਤੀ ਹੈ ਵਿਚਾਰਾ ਉਹ ਗਰੀਬ ਜਿਹਾ ਬੰਦਾ ਹੈ। ਤਨਖਾਹ ਦੇਖੋ ਕਿੰਨੀ ਹੈ, ਸਿਰਫ 5 ਲੱਖ ਰੁਪਈਆ। ਸਾਲ ਦੀ ਕਿੰਨੀ ਹੋ ਗਈ? 12 ਗੁਣਾ 5 60,000 ਰੁਪਈਆ ਸਾਲ ਦੀ ਆਮਦਨ ਹੋ ਗਈ। ਬੜੀ ਥੋੜੀ ਤਨਖਾਹ ਹੈ ਨਾ, ਤਾਂ ਇਸ ਕਰਕੇ ਇਹਦੇ ਤੋਂ ਟੈਕਸ ਵੀ ਨਹੀਂ ਲਿਆ ਜਾਂਦਾ। ਔਰ ਰਿਟਾਇਰ ਹੋਣ ਤੋਂ ਬਾਅਦ 5 ਸਾਲਾਂ ਬਾਅਦ ਜਦੋਂ ਰਿਟਾਇਰ ਹੋ ਜਾਂਦੇ ਨੇ ਆਪਦੇ ਉਹਦੇ ਨੂੰ ਛੱਡ ਦਿੰਦੇ ਨੇ ਰਾਸ਼ਟਰਪਤੀ ਜੀ, ਤਾਂ ਇਹਨਾਂ ਨੂੰ ਹਾਫ ਪੈਨਸ਼ਨ ਦਿੱਤੀ ਜਾਂਦੀ ਹੈ ਜਿੰਨੀ ਤਨਖਾਹ ਦੇ, ਯਾਨੀ ਕਿ 2.5 ਲੱਖ ਰੁਪਈਆ ਹਰ ਮਹੀਨੇ ਪੈਨਸ਼ਨ ਮਿਲੇਗੀ ਕਿਹਨਾਂ ਨੂੰ? ਰਾਸ਼ਟਰਪਤੀ ਜੀ ਨੂੰ। ਤਾਂ ਸਾਲ ਦਾ 30 ਲੱਖ ਰੁਪਈਆ ਹੋ ਗਿਆ। ਹਾਂਜੀ, ਇਹ ਪਹਿਲੇ 5 ਆਰਟੀਕਲ ਮੈਨੂੰ ਪੂਰੀ ਉਮੀਦ ਹੈ ਬੱਚਿਓ ਤੁਹਾਨੂੰ ਸਾਰਿਆਂ ਨੂੰ ਜਿਹੜੇ ਉਹ ਯਾਦ ਹੋ ਗਏ ਹੋਣਗੇ। ਤਾਂ ਇੱਕ ਵਾਰ ਫਿਰ ਤੋਂ 52 ਨੰਬਰ ਕਹਿੰਦਾ ਹੈ ਇੱਕ ਪੋਸਟ ਹੋਏਗੀ ਰਾਸ਼ਟਰਪਤੀ ਦੀ। 53 'ਚ ਆਪਾਂ ਉਹਨਾਂ ਨੂੰ ਦੱਸਤਾ, ਪਹਿਲਾਂ ਪੋਸਟ ਦੱਸੀ ਫਿਰ ਉਹਨੂੰ ਸ਼ਕਤੀਆਂ ਦੇਤੀਆਂ। 54 'ਚ ਆਪਾਂ ਕੀ ਕਰ ਦਿੱਤਾ? ਉਹਨੂੰ ਨਿਰਵਾਚਨ ਦਾ ਤਰੀਕਾ ਦੱਸਤਾ ਵੀ ਤੈਨੂੰ ਕੌਣ ਲੋਕ ਮਿਲ ਕੇ ਚੁਣਨਗੇ। ਤੁਸੀਂ ਜਾਂ ਮੈਂ ਜਿਹੜੇ ਉਹ ਰਾਸ਼ਟਰਪਤੀ ਦੇ ਇਲੈਕਸ਼ਨਾਂ ਵਿੱਚ ਹਿੱਸਾ ਨਹੀਂ ਲੈਂਦੇ। ਰਾਸ਼ਟਰਪਤੀ ਨੂੰ ਚੁਣਨ ਵਾਸਤੇ ਕੌਣ ਨੇ? ਲੋਕ ਸਭਾ, ਰਾਜ ਸਭਾ ਤੇ ਰਾਜਾਂ ਦੀਆਂ ਵਿਧਾਨ ਸਭਾਵਾਂ ਦੇ ਚੁਣੇ ਹੋਏ ਨਿਰਵਾਚਿਤ ਮੈਂਬਰ ਤੇ ਨਾਲ ਭਾਰਤ ਦੀਆਂ 2 ਯੂਟੀ ਕੇਂਦਰ ਸ਼ਾਸਿਤ ਪ੍ਰਦੇਸ਼ ਦਿੱਲੀ ਔਰ ਪੁਡੂਚੇਰੀ। ਫਿਰ ਢੰਗ ਜੀ ਪੱਧਤੀ ਜਿਹਦੇ ਬਾਰੇ ਆਪਾਂ ਗੱਲ ਕਰਾਂਗੇ, ਜਿਹੜਾ ਕਿ ਬੱਚਿਆਂ ਨੇ ਮੈਨੂੰ ਮੈਸੇਜ ਕੀਤੇ ਆ, ਰਿਕੁਐਸਟ ਕੀਤੀ ਹੈ ਸਰ ਢੰਗ ਜਿਹੜਾ ਉਹ ਇੱਕ ਵਾਰੀ ਹੋਰ ਦੁਬਾਰਾ ਸਮਝਾਇਆ ਜਾਏ, ਤਾਂ ਮੈਂ ਜ਼ਰੂਰ ਉਸ ਚੀਜ਼ ਨੂੰ ਰਿਪੀਟ ਕਰਾਂਗਾ। ਹੁਣ ਪਹਿਲਾਂ ਕਾਰਜਕਾਲ 5 ਸਾਲ। ਹਾਂਜੀ, 57 ਨੰਬਰ ਆਰਟੀਕਲ ਕਹਿੰਦਾ ਹੈ ਦੁਬਾਰਾ ਨਿਰਵਾਚਨ, ਰੀ ਇਲੈਕਟਡ। ਤਾਂ ਇਸ ਤੋਂ ਬਾਅਦ ਤੁਸੀਂ ਯਾਦ ਰੱਖ ਸਕਦੇ ਹੋ ਬੱਚੋ ਬੜੇ ਹੀ ਵਧੀਆ ਤਰੀਕੇ ਨਾਲ ਆ ਪਹਿਲੇ 5 ਆਰਟੀਕਲਸ ਤੋਂ ਬਾਅਦ ਕਾਰਜਕਾਲ ਦੱਸਤਾ ਆਪਾਂ ਰਾਸ਼ਟਰਪਤੀ ਨੂੰ। ਤਾਂ ਫਿਰ ਉਹਨੂੰ ਦੱਸਤਾ ਵੀ 57 ਦੇ ਵਿੱਚ ਤੈਨੂੰ ਆਪਾਂ ਦੁਬਾਰਾ ਤੈਨੂੰ ਚੁਣ ਸਕਦੇ ਹਾਂ ਕਿਉਂਕਿ ਰਾਸ਼ਟਰਪਤੀ ਭਾਰਤ ਦੇ ਸੰਵਿਧਾਨ ਦੇ ਵਿੱਚ ਇਸ ਗੱਲ ਦੇ ਉੱਪਰ ਜਿਹੜਾ ਭਾਰਤ ਦਾ ਸੰਵਿਧਾਨ ਉਹ ਬਿਲਕੁਲ ਚੁੱਪ ਹੈ, ਸਾਇਲੈਂਟ ਹੈ। ਇੱਕ ਪਰਸਨ ਨੂੰ ਕਿੰਨੀ ਵਾਰ ਰਾਸ਼ਟਰਪਤੀ ਚੁਣਿਆ ਜਾ ਸਕਦਾ ਹੈ। ਤਾਂ ਜਦੋਂ ਤੱਕ ਭਾਰਤ ਦੇ ਉਹੀ ਲੋਕ ਸਭਾ, ਰਾਜ ਸਭਾ ਦੇ ਮੈਂਬਰ ਚੁਣਦੇ ਰਹਿਣਗੇ, ਰਾਸ਼ਟਰਪਤੀ ਉਨੀ ਦੇਰ ਲਈ ਦੁਬਾਰਾ ਰੀ ਇਲੈਕਟ ਹੁੰਦੇ ਰਹਿਣਗੇ। 58 ਨੰਬਰ ਆਰਟੀਕਲ ਕਹਿੰਦਾ ਯੋਗਤਾਵਾਂ। ਹੁਣ ਤੁਹਾਡੀਆਂ ਯੋਗਤਾਵਾਂ ਚੈੱਕ ਕੀਤੀਆਂ ਜਾਣਗੀਆਂ। ਦੁਬਾਰਾ ਨਿਰਵਾਚਿਤ ਹੋਏ ਨਾ ਤਾਂ ਤੁਹਾਨੂੰ ਦੁਬਾਰਾ ਤੁਹਾਡੀਆਂ ਯੋਗਤਾਵਾਂ ਦੇਖੀਆਂ ਜਾਣਗੀਆਂ। ਯੋਗਤਾਵਾਂ ਵਿੱਚ ਕੀ ਸੀ? ਭਾਰਤ ਦਾ ਨਾਗਰਿਕ ਹੋਣਾ ਚਾਹੀਦਾ ਹੈ, ਪਹਿਲੀ ਸ਼ਰਤ। ਫਿਰ ਉਸ ਦੀ ਉਮਰ ਕਿੰਨੀ ਹੈ? ਘੱਟੋ ਘੱਟ 35 ਸਾਲ ਹੋਣੀ ਚਾਹੀਦੀ ਹੈ। ਭਾਰਤ ਦਾ ਨਾਗਰਿਕ ਹੋਣਾ ਚਾਹੀਦਾ ਹੈ। ਉਮਰ ਕਿੰਨੀ ਹੋਣੀ ਚਾਹੀਦੀ ਹੈ? 35 ਸਾਲ। ਤਾਂ ਹੁਣ ਬੱਚੋ ਇਹ ਸਵਾਲ ਆਉਂਦਾ ਹੈ ਵੀ 35 ਸਾਲ ਘੱਟੋ ਘੱਟ ਉਮਰ ਹੋਣੀ ਚਾਹੀਦੀ ਹੈ। ਤਾਂ ਹਿੰਦੁਸਤਾਨ ਦੇ ਵਿੱਚ ਤਾਂ ਕਰੋੜਾਂ ਲੋਕ ਨੇ ਜਿਨ੍ਹਾਂ ਦੀ ਜਿਹੜੀ ਉਮਰ ਹੈ ਉਹ 35 ਸਾਲ ਹੈ। ਤੇ ਕੀ ਸਾਰੇ ਹੀ ਬੰਦੇ ਜਿਹੜੇ ਨੇ ਜਿਨ੍ਹਾਂ ਦੀ ਉਮਰ 35 ਸਾਲ ਹੈ ਉਹ ਭਾਰਤ ਦੇਸ਼ ਦਾ ਰਾਸ਼ਟਰਪਤੀ ਬਣ ਸਕਦੇ ਨੇ? ਨਹੀਂ। ਤਾਂ ਇਸ ਦੇ ਲਈ ਕੰਡੀਸ਼ਨ ਹੈ ਜਿਹੜੀ, ਕਿਉਂਕਿ ਰਾਸ਼ਟਰਪਤੀ ਦਾ ਅਹੁਦਾ ਜਿਹੜਾ ਹੈ ਉਹ ਇੱਕ ਬੜੀ ਹੀ ਰਿਸਪੈਕਟਫੁਲ ਪੋਸਟ ਹੈ, ਸਭ ਤੋਂ ਉੱਚੀ ਪੋਸਟ ਹੈ। 50 ਪ੍ਰਸਤਾਵਕ, ਪਿਛਲੀ ਵੀਡੀਓ 'ਚ ਆਪਾਂ ਗੱਲ ਕੀਤੀ ਸੀ ਸਮਰਥਕ, 50 ਸਮਰਥਕ ਸਪੋਰਟਰ ਪ੍ਰਪੋਜ਼ਰ। ਤਾਂ ਉਹ ਜਿਹੜੇ MLA ਨੇ, MPs ਨੇ, ਇਲੈਕਟਡ MP ਲੋਕ ਸਭਾ ਦੇ, ਰਾਜ ਸਭਾ ਦੇ, ਸਾਰੇ ਹੀ ਰਾਜਾਂ ਦੀਆਂ ਵਿਧਾਨ ਸਭਾਵਾਂ ਦੇ, ਤਾਂ ਉਹਨਾਂ ਵਿੱਚੋਂ ਪਹਿਲਾਂ 50 ਬੰਦੇ ਇੱਕ ਬੰਦੇ ਦਾ ਨਾਮ ਅੱਗੇ ਕਰਦੇ ਹੈ। ਫਿਰ ਅਗਲੇ 50 ਸਪੋਰਟ ਕਰਦੇ ਆ ਵੀ ਠੀਕ ਹੈ ਜੀ ਆਹ ਪਰਸਨ ਜਿਹੜਾ ਉਹ ਕੀ ਹੋਣਾ ਚਾਹੀਦਾ, ਦੇਸ਼ ਦਾ ਰਾਸ਼ਟਰਪਤੀ ਹੋਣਾ ਚਾਹੀਦਾ। ਤਾਂ ਫਿਰ ਉਸ ਬੰਦੇ ਨੂੰ ਜਿਹੜਾ ਐਡੀ ਵੱਡੀ ਪੋਸਟ 'ਤੇ ਭੇਜਿਆ ਜਾਂਦਾ ਹੈ, ਨਾ ਕਿ ਤੁਸੀਂ ਤੇ ਮੈਂ ਜਿਹੜਾ ਇਹ ਰਾਸ਼ਟਰਪਤੀ ਦਾ ਇਲੈਕਸ਼ਨ ਲੜ ਸਕਦੇ। ਅਗਲੀ ਗੱਲ ਕਰੀਏ ਜੀ, ਤਾਂ ਉਹ ਕਿਸੇ ਪ੍ਰੋਫਿਟ ਵਾਲੇ ਅਹੁਦੇ 'ਤੇ ਨਹੀਂ ਹੋਣਾ ਚਾਹੀਦਾ, ਲਾਭ ਦਾ ਅਹੁਦਾ ਉਹਦੇ ਕੋਲ ਨਹੀਂ ਹੋਣਾ ਚਾਹੀਦਾ। ਕੋਈ ਵੀ ਸਰਕਾਰੀ ਮੁਲਾਜ਼ਮ ਭਾਰਤ ਸਰਕਾਰ ਦਾ ਜਿਹੜਾ ਕਿਸੇ ਵੀ ਮਹਿਕਮੇ ਤੋਂ ਤਨਖਾਹ ਲੈ ਰਿਹਾ ਹੈ, ਤਾਂ ਉਹ ਜਿਹੜਾ ਹੈ ਰਾਸ਼ਟਰਪਤੀ ਦੇ ਇਲੈਕਸ਼ਨਾਂ ਵਿੱਚ ਖੜਾ ਨਹੀਂ ਹੋ ਸਕਦਾ। ਅਗਰ ਉਹ ਰਾਸ਼ਟਰਪਤੀ ਦੇ ਇਲੈਕਸ਼ਨਾਂ 'ਚ ਖੜਾ ਹੁੰਦਾ ਹੈ
ਤਾਂ ਉਸ ਨੂੰ ਆਪਣਾ ਉਹ ਵਾਲਾ ਅਹੁਦਾ ਛੱਡਣਾ ਪੈਂਦਾ ਹੈ। ਤਾਂ ਪਹਿਲਾਂ ਉਹ ਆਪਣੀ ਪੋਸਟ ਤੋਂ ਰਿਜ਼ਾਈਨ ਦੇਗਾ, ਫਿਰ ਉਸ ਨੂੰ ਜਿਹੜਾ ਉਹ ਅਪੁਆਇੰਟ ਕੀਤਾ ਜਾਏਗਾ, ਭਾਰਤ ਦੇ ਰਾਸ਼ਟਰਪਤੀ ਦੇ ਲਈ ਉਹਨੂੰ ਨੋਮੀਨੇਟ ਕੀਤਾ ਜਾਏਗਾ। ਤਾਂ ਇਹ ਸੀ ਯੋਗਤਾਵਾਂ। 57 ਤੋਂ ਸੀ ਦੁਬਾਰਾ ਨਿਰਵਾਚਨ, ਤੁਸੀਂ ਰੀ-ਇਲੈਕਟ ਹੋ ਸਕਦੇ ਹੋ। ਜੇ ਰੀ-ਇਲੈਕਟ ਹੋ ਰਹੇ ਆ ਤਾਂ ਤੁਸੀਂ ਆਪਦੀਆਂ ਯੋਗਤਾਵਾਂ ਚੈੱਕ ਕਰਾਓ। ਤਾਂ 59 ਨੰਬਰ ਕੀ ਕਹਿੰਦਾ ਹੈ, ਸ਼ਰਤਾਂ ਕੀ ਹੋਣਗੀਆਂ, ਕੰਡੀਸ਼ਨਸ ਕੀ ਨੇ। ਤਾਂ ਫਿਰ ਉਹਦੇ ਅੱਗੇ ਕੁਝ ਸ਼ਰਤਾਂ ਰੱਖ ਦਿੱਤੀਆਂ ਜਾਂਦੀਆਂ ਨੇ ਰਾਸ਼ਟਰਪਤੀ ਦੇ ਅੱਗੇ। ਤਾਂ ਉਹ 59 ਵਿੱਚ। ਫਿਰ 60 ਵਿੱਚ ਆਪਾਂ ਗੱਲ ਕੀਤੀ ਸੀ ਸਹੁੰ ਦੀ, ਓਥ। ਤਾਂ ਜਦੋਂ ਸ਼ਰਤਾਂ ਰੱਖ ਦਿੱਤੀਆਂ, ਇੱਕ ਬੰਦਾ ਰਾਜੀ ਹੋ ਗਿਆ ਵੀ ਮੈਂ ਇਸ ਸ਼ਰਤਾਂ 'ਤੇ ਕੰਮ ਕਰਨ ਨੂੰ ਤਿਆਰ ਹਾਂ, ਆਈ ਐਮ ਰੈਡੀ, ਤਾਂ ਫਿਰ ਉਹ ਸਹੁੰ ਚੁੱਕਣ ਨੂੰ ਵੀ ਤਿਆਰ ਹੋ ਜਾਂਦਾ ਹੈ। ਤਾਂ ਸਹੁੰ ਕਿਉਂ ਨਾ ਚੁੱਕੇਗਾ, ਜਿਸ ਬੰਦੇ ਨੂੰ 5 ਲੱਖ ਰੁਪਏ ਮਹੀਨਾ ਤਨਖਾਹ ਮਿਲਣੀ ਹੈ ਤਾਂ ਉਹ ਸਹੁੰ ਚੁੱਕਣ ਨੂੰ ਤਿਆਰ ਹੋ ਜਾਏਗਾ। ਤੇ 61 ਇੰਪੀਚਮੈਂਟ, ਮਹਾਦੋਸ਼, ਵੱਡਾ ਦੋਸ਼। ਤਾਂ ਫਿਰ ਉਹਨੂੰ ਲਾਸਟ 'ਤੇ ਇਹ ਵੀ ਦੱਸਿਆ ਜਾਂਦਾ ਹੈ ਵੀ ਭਾਈ ਸਾਹਿਬ ਤੁਹਾਨੂੰ ਅਸੀਂ ਮਹਾਦੋਸ਼ ਲਾ ਕੇ ਹਟਾ ਵੀ ਸਕਦੇ ਹਾਂ। ਤਾਂ ਇਹ ਸਾਰੀਆਂ ਗੱਲਾਂ ਤੁਸੀਂ ਇਸ ਤਰੀਕੇ ਨਾਲ ਯਾਦ ਰੱਖ ਸਕਦੇ ਹੋ। 57 ਵਿੱਚ ਪਹਿਲਾਂ ਉਹਨੂੰ ਆਪਾਂ ਰੀ-ਇਲੈਕਟ ਕਰਾਂਗੇ। 58 ਵਿੱਚ ਉਹਨੂੰ ਕੀ ਦੱਸਾਂਗੇ, ਆਪਾਂ ਤੇਰੀਆਂ ਯੋਗਤਾਵਾਂ ਚੈੱਕ ਕਰਾਂਗੇ। ਪਹਿਲਾਂ ਉਹਨੂੰ ਰੀ-ਇਲੈਕਟ ਕਰਤਾ, ਫਿਰ ਯੋਗਤਾਵਾਂ ਚੈੱਕ ਕੀਤੀਆਂ। ਫਿਰ 59 ਵਿੱਚ ਸ਼ਰਤਾਂ ਰੱਖ ਦਿੱਤੀਆਂ, ਕਿਹੜੀਆਂ ਸ਼ਰਤਾਂ ਹੋਣਗੀਆਂ, ਕਿਹੜੀਆਂ ਕੰਡੀਸ਼ਨਸ ਹੋਣਗੀਆਂ। 60 ਵਿੱਚ ਕੀ ਹੋ ਗਿਆ, ਸਹੁੰ, ਓਥ, ਓ, ਸਹੁੰ, ਜ਼ੀਰੋ, ਇਹਦੇ ਵੀ ਜ਼ੀਰੋ ਹੈ। ਓ ਨਾਲ ਤੁਸੀਂ ਇਹਨੂੰ ਕੋਰਲੇਟ ਕਰ ਸਕਦੇ ਹੋ। ਪਹਿਲਾਂ ਸ਼ਰਤਾਂ ਰੱਖੀਆਂ, ਫਿਰ ਉਹਨੂੰ ਸਹੁੰ ਚੁਕਾ ਦਿੱਤੀ। ਸਹੁੰ ਕੌਣ ਚੁਕਾਉਂਦਾ ਹੈ, CJI, ਭਾਰਤ ਦਾ ਸਭ ਤੋਂ ਵੱਡਾ ਜੱਜ, ਸੁਪਰੀਮ ਕੋਰਟ ਦਾ ਸਭ ਤੋਂ ਵੱਡਾ ਜੱਜ, ਚੀਫ ਜਸਟਿਸ ਆਫ ਇੰਡੀਆ। ਫਿਰ ਉਹਦੇ 'ਤੇ ਮਹਾਦੋਸ਼ ਲੱਗ ਸਕਦਾ ਹੈ, ਉਹ ਤੁਹਾਨੂੰ ਮੈਂ ਦੱਸਿਆ ਸੀ। ਲੋਕ ਸਭਾ ਜਾਂ ਰਾਜ ਸਭਾ ਦੋਨਾਂ ਦੇ ਵਿੱਚੋਂ ਕੋਈ ਵੀ ਸਦਨ ਪਹਿਲ ਕਰ ਸਕਦਾ ਹੈ। ਕਿਸੇ ਇੱਕ ਸਦਨ ਦੇ ਕਿੰਨੇ ਮੈਂਬਰ ਪਹਿਲ ਕਰ ਸਕਦੇ ਨੇ, ਲੋਕ ਸਭਾ ਜਾਂ ਰਾਜ ਸਭਾ ਦੇ 1/4 ਮੈਂਬਰ। ਮੰਨ ਲਓ ਲੋਕ ਸਭਾ ਦੇ 1/4 ਮੈਂਬਰਾਂ ਨੇ ਦੋਸ਼ ਲਾ ਦਿੱਤਾ। ਫਿਰ 14 ਦਿਨ ਪਹਿਲਾਂ ਦਾ ਨੋਟਿਸ ਦੇਣਾ ਪਏਗਾ, ਕਿਹਨੂੰ, ਰਾਸ਼ਟਰਪਤੀ ਨੂੰ, ਵੀ ਪਹਿਲਾਂ 14 ਦਿਨ ਪਹਿਲਾਂ ਉਹ ਮੈਂਟਲੀ ਪ੍ਰਿਪੇਅਰ ਹੋ ਜਾਣ ਵੀ ਉਹਨਾਂ ਦੇ ਖਿਲਾਫ ਕੋਈ ਵੱਡੀ ਕਾਰਵਾਈ ਹੋਣ ਜਾ ਰਹੀ ਹੈ, ਕੋਈ ਇੰਪੀਚਮੈਂਟ ਪ੍ਰੋਸੈਸ ਹੋਣ ਜਾ ਰਿਹਾ ਹੈ, ਕੋਈ ਵੱਡਾ ਦੋਸ਼ ਲੱਗ ਰਿਹਾ ਉਹਨਾਂ ਦੇ ਸੰਵਿਧਾਨ ਦੀ ਉਲੰਘਣਾ ਕਰਨ ਦਾ, ਭਾਰਤ ਦੇ ਸੰਵਿਧਾਨ ਦੀ ਉਲੰਘਣਾ ਕਰਨ ਦਾ। 1/4 ਲੋਕ ਸਭਾ ਦੇ ਮੈਂਬਰਾਂ ਨੇ ਦੋਸ਼ ਲਾ ਦਿੱਤਾ ਤਾਂ ਪ੍ਰਸਤਾਵ ਰੱਖ ਦਿੱਤਾ। ਫਿਰ ਅਗਰ ਉਹ ਦੋਸ਼ ਸਾਬਿਤ ਹੋ ਜਾਂਦਾ ਹੈ, ਲੋਕ ਸਭਾ ਆਪਣੀ ਕਿੰਨੀ ਮੈਜੋਰਟੀ ਨਾਲ ਪਾਸ ਕਰੇਗੀ ਉਹਨੂੰ, 2/3, 2/3 ਬਹੁਮਤ ਨਾਲ। ਇੱਕ ਲੋਕ ਸਭਾ ਨੇ ਪਾਸ ਕਰਤਾ, ਫਿਰ ਦੂਜੇ ਸਦਨ ਵਿੱਚ ਜਾਏਗਾ, ਮਤਲਬ ਰਾਜ ਸਭਾ ਵਿੱਚ ਜਾਏਗਾ। ਜੇ ਰਾਜ ਸਭਾ ਵੀ ਉਹਨੂੰ ਪਾਸ ਕਰ ਦਿੰਦੀ ਹੈ ਤਾਂ ਫਿਰ ਜਿਹੜਾ ਭਾਰਤ ਦੇ ਰਾਸ਼ਟਰਪਤੀ ਨੂੰ ਹਟਾ ਦਿੱਤਾ ਜਾਂਦਾ ਹੈ। ਪਰ ਹਾਲੇ ਤੱਕ ਭਾਰਤ ਦੇ ਸੰਵਿਧਾਨ ਦੇ ਵਿੱਚ, ਭਾਰਤ ਦੇ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਕਦੇ ਵੀ ਨਹੀਂ ਹੋਇਆ ਵੀ ਭਾਰਤ ਦੇ ਹੁਣ ਤੱਕ ਦੇ ਜਿੰਨੇ ਵੀ ਰਾਸ਼ਟਰਪਤੀ ਨੇ, 14 ਰਾਸ਼ਟਰਪਤੀ ਨੇ, ਜਿਹੜੀ ਕਿ ਆਪਣੀ ਅਗਲੀ ਵੀਡੀਓ ਹੋਏਗੀ, ਤਾਂ ਇਹਨਾਂ ਨੂੰ ਹਟਾਇਆ ਨਹੀਂ ਗਿਆ। ਹਾਲੇ ਤੱਕ ਕਿਸੇ ਵੀ ਰਾਸ਼ਟਰਪਤੀ ਨੂੰ ਵੱਡਾ ਸਾਰਾ ਦੋਸ਼ ਲਾ ਕੇ ਮਹਾਦੋਸ਼। ਤਾਂ ਬੱਚੋ ਇਹ ਆਰਟੀਕਲ ਸੀ, ਮੇਰੇ ਖਿਆਲ ਤੁਹਾਨੂੰ ਸਮਝ ਆ ਗਏ ਹੋਣਗੇ। ਤਾਂ ਆਓ ਆਪਾਂ ਅੱਗੇ ਗੱਲ ਕਰਦੇ ਹਾਂ ਹੁਣ ਪ੍ਰੋਸੈਸ ਦੀ, ਨਿਰਵਾਚਨ ਪੱਧਤੀ ਦੀ। ਤਾਂ ਭਾਰਤ ਦੇ ਵਿੱਚ ਜਿਹੜਾ ਉਹ ਕੀ ਚੱਲ ਰਿਹਾ ਹੈ, ਪਹਿਲਾਂ ਸਿਸਟਮ ਕੀ ਹੈ, ਫਸਟ ਪਾਸਟ ਦਾ ਪੋਸਟ ਸਿਸਟਮ। ਪਰ ਰਾਸ਼ਟਰਪਤੀ ਦੇ ਇਲੈਕਸ਼ਨ ਵਿੱਚ ਕੀ ਯੂਜ਼ ਕੀਤਾ ਜਾਂਦਾ ਹੈ, ਕੀ ਵਰਤਿਆ ਜਾਂਦਾ ਹੈ, ਸਿੰਗਲ ਟ੍ਰਾਂਸਫਰ ਏਬਲ ਵੋਟਿੰਗ ਸਿਸਟਮ। मतलब व्यक्तिगत हस्तांतरित प्रणाली। इकहरी मतलब एक बंदे की जिहड़ी वोट है इकहरी ट्रांसफरेबल है। तो बच्चों इन्हां शब्दों ते ध्यान दिओ, इकल्ले बंदे की इकल्ले MP की MLA की वोट जिहड़ी है वो ट्रांसफरेबल है। तो मैं गल की है फस्ट पास्ट दा पोस्ट सिस्टम। तुसी MP अते MLA बड़े ध्यान नाल सुनना बच्चों, MP अते MLA जिहड़ा भी भारत का 18 साल का व्यक्ति है वो
MP यानी कि लोक सभा, MLA आपदे राज की विधान सभा का जिहड़ा मैंबर है, जिवें पंजाब है तो पंजाब विधान सभा के 117 MLA ने और भारत की लोक सभा के 543 MP ने। तो इन्हां दे लई भारत का जिहड़ा भी उस राज का, मान लो पंजाब राज ही है तो पंजाब राज का जिहड़ा 18 साल का व्यक्ति है, वोटर है, वो अपने MLA नूं भी चुनेगा और पंजाब दे विचों MP भी चुन के भेजेगा। कित्थे? आ 543 दे विच 543 जिहड़े भारत की लोक सभा के MP ने, तो पंजाब दे विचों 13 MP जांदे ने लोक सभा विच। तो ये वोट करन लई परसन पंजाब का एक व्यक्ति जिहदी 18 साल की उम्र है। समझण लई बेटे एग्जाम्पल देखो, ध्यान नाल सुनो। 117 MLA ਲਈ भी वोट करेगा, आपदे हल्के दे जिहड़े एक MLA होएगा ਉਹਦੇ ਲਈ वोटिंग करेगा। ये 13 MP हल्के ने तो उन्हां ਲਈ भी वोट कर सकता है, तो वह होएगा फस्ट पास द पोस्ट सिस्टम। तो ये की है, मान लो MLA 4 परसन 4 कैंडीडेट खड़े होए A B C ते D। मान लो इसनूं वोटां मिलियां 50, इनू मिलियां 40, इसनूं मिलियां 5, इसनूं मिलियां 5। तो ये 4 बंदे सी कैंडीडेट, एक जगह तो, एक विधान सभा हल्के तो, एक लोक सभा हल्के तो। तो A नूं मिलियां 50 वोटां, B नूं मिलियां 40, C नूं मिलियां 5, D नूं मिलियां 5। तो किस नूं ज़्यादा मिलियां? A नूं। तो ये जिहड़ा होएगा उस हल्के का MLA चुनिया जाएगा, उस हल्के का एक MP चुनिया जाएगा। भी 4 कैंडीडेट सी, 5 सी, 7 सी, 10 सी, जिहदे कोल सब तो ज़्यादा वोटां आ गईयां वो भारत की उस जगह का MLA चुनिया जाएगा, और उस जगह का ही MP चुनिया जाएगा। दोनों लई वोटां जिहड़ियां ने अलग अलग समय ते हुंदियां ने। तो ये हुंदा है सिंगल पास दा पोस्ट सिस्टम। मान लो 4 कैंडीडेट नूं खड़ा किया, 4 चों जिहड़ा सारे नाल ज़्यादा वोटां लै गया वो जित गया, वो MLA बन गया। MLA दी वोटां में ज़्यादा वोटां लै गया। MP दी वोटां होईयां लोक सभा दियां, जिहड़ा ज़्यादा वोटां लै गया वो MP बन गया। पर जिहड़ा राष्ट्रपति दे इलैक्शनां विच बच्चिओ इस तरह नहीं हुंदा। तो आ देखो, राष्ट्रपति दे इलैक्शनां दे विच पिछली वीडियो विच भी मैं समझाया सी। तो आ 2 शब्दों पर ध्यान देने की लोड़ है। सिंगल ट्रांसफरेबल वोटिंग सिस्टम। ट्रांसफर मतलब एक MP किहड़े लोक सभा दे ते राज सभा दे जिहड़े चुने हुए ने, प्लस MLA सारियां स्टेटां दे, दिल्ली दे भी, और प्लस पुडुचेरी दे। लोक सभा के किन्ने MP? 543। राज सभा के किन्ने इलैक्टेड? 233, क्योंकि 12 जिहड़े राष्ट्रपति ने अपॉइंट किए हैं वो ये शामिल नहीं होणगे। और लोक सभा विच 2 एंग्लो इंडियन राष्ट्रपति अपॉइंट कर सकता है, वो भी 2 इहदे शामिल नहीं होणगे। तो भारत के सारिया ही स्टेटां दे MLA, दिल्ली दे भी ते पुडुचेरी दे 2 UT दे, तो इन्हां सारियां दे MLA वो लगभग बन जाते हैं 4000 तो उपर, 4000 तो वध। तो इन्हां सारियां दी आ 543, 233, 4000। तो ये कल्ले कल्ले दी जड़ी वोट है वो की है? ट्रांसफरेबल है, ट्रांसफर की जा सकती है, एक तो दूजे नूं हस्तांतरित की जा सकती है। यही मेन समझण वाली गल है। ये तुहानूं मैं दस्सिया सी MLA दी वोट का मुल, एक MLA दी वोट का मुल जिहड़ा है उसकी कीमत किवें कढ सकते सी आपां? उस राज की जनसंख्या, मान लो पंजाब की गल कर रहे हैं, पंजाब की कुल जनसंख्या बटा कुल MLA पंजाब की गल कर रहे हैं ना, एक राज दे एक MLA की वोट का मुल। पंजाब की कुल जनसंख्या, पंजाब राज की गल कर रहे हैं, कुल MLA पंजाब के 117 ने, जिमें गुना 1/1000। तो ये बच्चों आ गई एक MLA की वोट। तो इस तरह ही सारे राज्यों के MLA की जी वोट का मुल है वो इस तरीके आप कढ़ सकते हैं। ये तो आ गई MLA की वोट का मुल। हुण आ गया एक MP
मतलब आ जिहड़े MP ने आ दोनों नूं MP कहने आ 543 ते 233 776 हो गए दी वोट दा मुल। एक MP दी वोट दा मुल ये आपां किवें कड्डांगे जिहड़ा इहदा उत्तर आएगा सारे राज्यां दा तां कुल राज्यां दे MLA कुल राज्यां दे MLA दी वोट दा मुल बटा कुल MP किन्ने हो गए दोनों सदनां दे 776 यानी कि लोक सभा अते राज सभा लोक सभा ते राज सभा सारे राज्यां दे MLA दी जिहड़ी वोट दा मुल आएगा उन्नू डिवाइड कर देना है कुल राज्यां दे MP यानी कि कुल MP भारत दी संसद दे कुल MP 543 लोक सभा दे ते 233 राज सभा दे चुने हुए इलैक्टेड्स तो इसनू डिवाइड कर देना है ये एक MP दी वोट का मुल आ गया एक MP दी आपां कढ़िया सी एक MLA दा तो इस तरीके दे नाल एक MP दी वोट का जिहड़ा मुल आ जाएगा तो उसनू जिहड़ा अगे अगे आपां ट्रांसफर करते जावांगे और भारत दे विच राष्ट्रपति जिहड़ा चुनिया जाता है तो वो किस तरह हुंदा है ट्रांसफर वोट किवें हुंदी है आ देखो बच्चों राष्ट्रपति दे इलैक्शनां विच 50% प्लस 1 जिस भी बंदे ने राष्ट्रपति बनना है उसनू 50% कुल वोटां दा 50% तो एक ज़्यादा मिलनी चाहिए है तो ये देखो मान लो 100 वोटां बन गई ना सारिਆਂ ਦੀਆਂ कितनियां बन गई 100 इत्थे हो गया जी A B C D 4 कैंडीडेट खड़े हो गए 4 बंदे खड़े हो गए A नाम B नाम C और D पर इत्थे एक MP और MLA MP प्लस MLA जिहड़े भारत दे राष्ट्रपति नूं चुनणगे तां उन्हां नूं एक बंदे नूं सीटां कितनियां आनियां चाहिए ने 50% कुल दा मान लो 100 वोटां ने तां 50 कितना हो गया 100 बटा 2 करांगे 50 प्लस 1 तां ये कितना बन गया बेटे 51 तो यानी कि जिहदे कोल 51 वोटां आणगियां वो भारत दा राष्ट्रपति बन जाएगा। तो देखो ए नूं इत्थे बेटे प्रैफरेंस राष्ट्रपति दे इलैक्शनां विच प्रैफरेंस देनी पैंदी है यानी कि सारे ही परसनस दी सारियां दियां ही वोटां दी जिहड़ी प्रैफरेंस वेखी जाती है किनू किन्ने प्रैफरेंस दी है तो मान लो मैं या तुसी है एक बंदा एक MP है एक MLA है वो वोट पा रहा है वो कहता है मैं ए नूं चाहना ए पहले नंबर ते भी मेरी प्रैफरेंस है ए वाला बंदा जिहड़ा ए नंबर वाला बंदा है वो पहली प्रैफरेंस है भी वो राष्ट्रपति बनना चाहिए है। अगर वो नहीं बनता तो दूजी प्रैफरेंस वो दिंदा है आपदी किनू C नूं भी जे ए नहीं बनता तो मेरा दूजा जिहड़ा फेवरेट बंदा है खास लगता मैनू भारत का राष्ट्रपति होना चाहिए है तो वह कौन होना चाहिए है C B नूं कहंदा जे ए भी नहीं आंदा B कोल भी A ते C दोवां कोल नहीं आंदियां 50 तो वध तो मैं तीजे नंबर ते चाहना भी B बंदा जिहड़ा वो राष्ट्रपति होना चाहिए है। चौथे नंबर ते वो कहंदा D प्रैफरेंस पहले नंबर ते वो कहंदा कोई भी MP है कोई भी MLA है वो कहंदा भी मेरी पहली चॉइस है भी ए परसन है ए व्यक्ति वो मेरी पहली चॉइस है। मेरी दूजी चॉइस कौन है C तीजी चॉइस कौन है B चौथी चॉइस कौन है D भी मेरे आ वाला बंदे मेरी चॉइस के हिसाब नाल ने तो मान लो ये बंदे नूं वोटां मिलियां 40 100 वोटां सी टोटल आ सारियां मान लो आप 100 गिणदे आ ए नूं मिलियां 40 B नूं मिलियां C नूं मिलियां 30 जिहड़ी दूजी प्रैफरेंस सी B नूं मिलियां 20 ते D नूं मिलियां 10 40 20 60 30 90 10 100 ते हुण ये वाली गल जिहड़ी मैं कही सी 50% प्लस 1 यानी कि 51 तो इन्हां विचों किसी नूं भी नहीं मिलियां तो इन्हां विचों तां भारत का कोई भी राष्ट्रपति नहीं बनेगा। तो हुण आ वाला सिस्टम है जिहड़ा ट्रांसफरेबल तो की होएगा जिस नूं भी सब तो घट वोटां मिलियां ने किनू मिलियां ने सब तो घट वोटां
डी ਨੂੰ ਤਾਂ ਇਹ ਵਾਲੀਆਂ ਵੋਟਾਂ ਕਿੰਨਾਂ ਵਿੱਚ ਵੰਡ ਦਿੱਤੀਆਂ ਜਾਣਗੀਆਂ ਆ ਤਿੰਨਾਂ ਵਿੱਚ ਵੰਡ ਦਿੱਤੀਆਂ ਜਾਣਗੀਆਂ ਤਾਂ A ਨੂੰ B ਨੂੰ ਤੇ C ਨੂੰ ਫਿਰ ਅਗਲੇ ਰਾਊਂਡ ਦੀ VOTING ਹੋਏਗੀ ਜਦੋਂ ਤੱਕਨ ਕਿਸੇ ਵੀ ਵਿਅਕਤੀ ਨੂੰ 50 ਤੋਂ ਜ਼ਿਆਦਾ ਯਾਨੀ ਕਿ 50% ਤੋਂ ਵੱਧ ਵੋਟਾਂ ਜਿਹਨੂੰ ਮਿਲ ਜਾਣਗੀਆਂ ਉੱਥੇ ਹੀ ਜਿਹੜਾ VOTING ਬੰਦ ਹੋ ਜਾਏਗੀ ਔਰ ਉਹ ਭਾਰਤ ਦਾ ਕੀ ਚੁਣਿਆ ਜਾਏਗਾ ਰਾਸ਼ਟਰਪਤੀ ਤਾਂ ਇਹੀ ਮੇਨ ਚੀਜ਼ ਹੈ ਬੇਟੇ ट्रांसफरेबल हस्तांतरित ट्रांसफर हो गई मतलब आ बंदे नूं सब तो घੱਟ वोटां मिलियां सी इहदियां वोटां A B ते C तिन्नां दे विच वंडियां गईयां ते भारत दा वो बंदा अगला राष्ट्रपति होएगा उस राउंड दे विच जिस राउंड दे विच A B या C जिन्नू भी 50% प्लस एक यानी कि 50% तो वध एक वोट वध चाहिदी है तो वो परसन भारत दा राष्ट्रपति चुनिया जाएगा ਤਾਂ ਤੁਹਾਨੂੰ ਇਹ ਸਮਝ ਆ ਗਈ ਹੋਏਗੀ ਬੱਚਿਓ ਤਾਂ ਅੱਗੇ ਚੱਲਦੇ ਹਾਂ ਅੱਗੇ ਹੈ ਜੀ ਅਗਰ ਰਾਸ਼ਟਰਪਤੀ ਦੇ ਵੋਟਾਂ ਦੇ ਵਿੱਚ ਜ਼ਮਾਨਤ ਰਾਸ਼ੀ ਕਿੰਨੀ ਹੈ 15000 ਰੁਪਏ ਦੱਸਿਆ ਸੀ ਤੁਹਾਨੂੰ ਮੈਂ ਜਿਹੜੀ ਕਿ ਭਾਰਤ ਦੇ ਸਭ ਤੋਂ ਵੱਡੇ ਬੈਂਕ ਰਿਜ਼ਰਵ ਬੈਂਕ ਆਫ ਇੰਡੀਆ ਦੇ ਵਿੱਚ ਇੰਡੀਆ ਦੇ ਕੋਲ ਜਮ੍ਹਾਂ ਹੁੰਦੀ ਹੈ ਤਾਂ ਇਹਦਾ राशि जबत हो जाएगी जेकर 1/6 वोटां यानी कि कुल वोटां किनियां ने मान लो 100 तो 1/6 आ 4 कैंडीडेट सी अगर इन्हां नूं 1/6 वोटां जिन्हों नहीं मिलणगियां तो उसकी जिहड़ी है 15000 की जमानत राशि है वो की हो जाएगी जबत हो जाएगी कौन जब्त कर लेगा रिजर्व बैंक ऑफ इंडिया ਭਾਰਤ ਦਾ ਸਭ ਤੋਂ ਵੱਡਾ ਬੈਂਕ ਤਾਂ ਇਹ ਸੀ ਬੱਚਿਓ ਜ਼ਮਾਨਤ ਰਾਸ਼ੀ ਤਰੀਕਾ ਤਾਂ ਤੁਹਾਨੂੰ ਇਹ ਸਭ ਸਮਝ ਆ ਗਿਆ ਹੋਣਾ ਹੈ ਅੱਗੇ ਚੱਲਦੇ ਹਾਂ ਆਪਾਂ ਰਾਸ਼ਟਰਪਤੀ ਦੀਆਂ ਸ਼ਕਤੀਆਂ ਦੀ ਗੱਲ ਕਰਦੇ ਹਾਂ ਆਪਾਂ ਪਾਵਰਸ ਆਫ ਰਾਸ਼ਟਰਪਤੀ ਸ਼ਕਤੀਆਂ ਦੀ ਗੱਲ ਜਿਹੜੀ ਹੈ ਉਹ ਭਾਰਤ ਦੇ ਸੰਵਿਧਾਨ ਦਾ ਆਰਟੀਕਲ ਕਹਿੰਦਾ ਹੈ 53 सब तो पहला आप गल करिए तो कार्यकारी शक्तियाँ कार्यकारी पावर्स एग्जीक्यूटिव पावर्स तो एग्जीक्यूटिव पावर्स दे विच राष्ट्रपति को बहुत सारिया पावर्स ने सब तो पहली पावर की है बच्चों देश का जिहड़ा प्रधानमंत्री है प्लस उस दे मंत्री आप कीता सी प्रधानमंत्री वाले आर्टिकल दे विच टॉपिक दे विच ਤਾਂ ਦੇਸ਼ ਦਾ ਪ੍ਰਧਾਨ ਮੰਤਰੀ ਕੌਣ ਚੁਣਦਾ ਹੈ ਭਾਰਤ ਦਾ ਰਾਸ਼ਟਰਪਤੀ ਕਿੱਥੋਂ ਲੋਕ ਸਭਾ ਵਿੱਚੋਂ ਲੋਕ ਸਭਾ ਦੇ ਵਿੱਚ ਜਿਸ ਦੇ ਕੋਲ ਬਹੁਮਤ ਹੁੰਦਾ ਹੈ ਬਹੁਮਤ ਲਈ ਸੀਟਾਂ ਕਿੰਨੀਆਂ ਚਾਹੀਦੀਆਂ ਨੇ 543 ਕੁੱਲ ਨੇ ਬਟਾ 2 ਇੱਕ ਪਾਸੇ 272 ਤੇ ਦੂਜੇ ਪਾਸੇ 271 ਯਾਨੀ ਕਿ ਜਿਹਦੇ ਕੋਲ 272 ਜਾਂ ਉਸ ਤੋਂ ਜ਼ਿਆਦਾ ਸੀਟਾਂ ਹੋਣਗੀਆਂ ਉਹ ਭਾਰਤ ਦਾ ਕੀ ਚੁਣਿਆ ਜਾਏਗਾ राष्ट्र प्रधानमंत्री किहदे द्वारा राष्ट्रपति द्वारा और प्रधानमंत्री दे नाल जिन्ने भी मंत्री ने प्रधानमंत्री दी सलाह ते कौन चुनेगा देश दा राष्ट्रपति जिन्ने भी भारत दे राज ने राज्यां दे राजपाल भारतीय संविधान दा आर्टिकल नंबर 155 मैं नाल बच्चों तुहानूं कुछ आर्टिकल्स करवा रहा ताकि तुहानूं याद रहे अगे आप डिटेल विच पढ़ांगे इन्हां बारे सारिਆਂ बारे राज्यां दे राजपाल तो राज्यां दे राजपालां दी नियुक्ति कौन करता है भारत दा राष्ट्रपति 155 नंबर आर्टिकल 155 नंबर अनुच्छेद ये गल कहंदा है UPSC दे चेयरमैन ਅਤੇ ਮੈਂਬਰਾਂ ਦੀ ਨਿਯੁਕਤੀ ਇਹ ਵੀ ਕੌਣ ਕਰਦਾ ਹੈ ਭਾਰਤ ਦਾ ਰਾਸ਼ਟਰਪਤੀ ਔਰ ਇਹ ਹੈ ਭਾਰਤੀ ਸੰਵਿਧਾਨ ਦਾ ਆਰਟੀਕਲ ਨੰਬਰ 315 यूनियन पब्लिक सर्विस कमीशन UPSC ਤਾਂ ਇਸ ਦੇ ਵਿੱਚ ਜਿਹੜਾ ਚੇਅਰਮੈਨ ਨਿਯੁਕਤ ਕੀਤਾ ਜਾਂਦਾ ਹੈ ਔਰ ਉਸ ਦੇ ਮੈਂਬਰ ਭਾਰਤੀ ਸੰਵਿਧਾਨ ਦਾ ਆਰਟੀਕਲ 315 ਤਾਂ ਇਸ ਦੀ ਵੀ ਨਿਯੁਕਤੀ ਕਿਹਦੇ ਦੁਆਰਾ ਕੀਤੀ ਜਾਂਦੀ ਹੈ ਰਾਸ਼ਟਰਪਤੀ ਦੇ ਦੁਆਰਾ ਅਟਾਰਨੀ ਜਨਰਲ ਭਾਰਤ ਦਾ ਸਭ ਤੋਂ ਵੱਡਾ ਵਕੀਲ ਇਹਨੂੰ ਕਹਿੰਦੇ ਨੇ
सब तो वड्डा एडवोकेट जिहड़ा कि भारत सरकार वालों लड़दा है, भारत सरकार की गल रखता है भारत दीआं अदालतां विच, आर्टिकल नंबर 76 76 अटॉर्नी जनरल AG भारत का सब तो वड्डा वकील। तो उसकी भी नियुक्ति कौन करता है? भारत का राष्ट्रपति। अगे गल करते हैं बच्चों कैग। कैग आर्टिकल नंबर 148 भारत का सब तो वड्डा अकाउंटेंट महालेखाकार, कंट्रोलर एंड ऑडिटर जनरल ऑफ इंडिया। कंट्रोलर एंड ऑडिटर जनरल ऑफ इंडिया भारत देश दे सारे पैसे का जिहड़ा हिसाब किताब रखता है, तो भारत सरकार के सारे पैसे का हिसाब किताब ये बंदा रखता है। 148 नंबर आर्टिकल है महालेखाकार, यदी भी नियुक्ति कौन करता है? भारत का राष्ट्रपति। तो ये कुछ भारत के राष्ट्रपति दियां महत्वपूर्ण की ने कार्यकारी शक्तियां ने भारत के राष्ट्रपति दियां। अगे गल करते हैं भारत के राष्ट्रपति दियां विधानिक शक्तियां। विधानिक शक्तियां लैजिस्लेटिव पावर्स। तो लैजिस्लेटिव पावर्स की ने भारत के राष्ट्रपति को? लैजिस्लेटिव विधान पालिका नाल संबंधित विधानिक शक्तियां की ने? तो आप पढ़िया सी बच्चों भारत का राष्ट्रपति लोक सभा दा की बुला सकता है? इजलास बुला सकता है, सैशन बुला सकता है, और एक तो दूजे सैशन दे विच किन्ने देर का फर्क होना चाहिए? 6 महीने। लोक सभा का सैशन साल दे विच कितनी बारी बुला सकता है राष्ट्रपति? वध तो वध 2 बार, क्योंकि पहले ते दूजे विच फर्क कितना होना चाहिए? 6 महीने। साल च महीने किन्ने होंदे आ? 12। तो ज़्यादा किन्ने सैशन होणगे फिर राष्ट्रपति द्वारा? 2 बार। नवी लोक सभा दा पहला दिन, जदों भी भारत विच लोक सभा नवी चुनी जाती है, नवी लोक सभा किन्ने सालों बाद चुनी जाती है? वैसे तो 5 सालों बाद। तो उसका जिहड़ा पहला दिन होएगा उसनूं भी कौन संबोधित करेगा? भारत का राष्ट्रपति। हर साल लोक सभा का जिहड़ा पहला दिन है, हर साल मतलब जदों भी नवा साल चढ़ता है तो नवे साल दे तो बाद जदों भी लोक सभा बुलाई जाती है पहले दिन वास्ते, तो उन्होंने गुड मॉर्निंग गुड विशिज नवे साल दियाँ हैप्पी न्यू ईयर कहन कौन आंदा है? भारत का राष्ट्रपति। हाँ जी अगे बच्चों लोक सभा नूं राष्ट्रपति की कर सकता है? भंग कर सकता है, डिसोल्व कर सकता है। आर्टिकल नंबर है 85 भारतीय संविधान का। 85 नंबर राष्ट्रपति लोक सभा नूं प्रधानमंत्री की सलाह ते 5 साल तो पहला भी भंग कर सकता है। आर्टिकल नंबर है 85 भारतीय संविधान का आर्टिकल 85। ये भारत के राष्ट्रपतियों ने विधानिक शक्तियां संविधान नूं सोध करनी है, संविधान विच सोध अमेंडमेंट, तो वह है भारतीय संविधान का आर्टिकल 368 368 भारत के संविधान दे विच चेंज करनी है बहुत वड्डी, तो वह भी किहदी परमिशन नाल हुंदी है? भारत के राष्ट्रपति की परमिशन नाल। और सब तो वड्डी गल भारत के संसद के किन्ने सदन ने? 2। आपां पढ़िया सी 79 नंबर आर्टिकल संसद जिस दे कि 2 सदन ने, लोक सभा राज सभा, ते तीसरा अंग कौन है? राष्ट्रपति। तो तीसरा अंग मतलब कौन है? राष्ट्रपति। 79 नंबर आर्टिकल 80 गल करता है राज सभा की, 81 गल करता है लोक सभा की। दोवें ही सदनां ने जिहड़ा बिल पास किया है
ਦੋਨਾਂ ਸਦਨਾਂ ਤੋਂ ਬਾਅਦ ਕੋਈ ਵੀ ਬਿੱਲ ਜਿਹੜਾ ਪਾਸ ਹੋਇਆ ਉਹ ਭਾਰਤ ਦੇਸ਼ ਵਿੱਚ ਉਦੋਂ ਤੱਕਨ ਕਾਨੂੰਨ ਨਹੀਂ ਬਣਦਾ ਜਦੋਂ ਤੱਕਨ ਕੌਣ ਹਸਤਾਖਰ ਨਹੀਂ ਕਰਦਾ, ਰਾਸ਼ਟਰਪਤੀ। ਤਾਂ ਲੋਕ ਸਭਾ ਰਾਜ ਸਭਾ ਦੋਨਾਂ ਨੇ ਜਿਹੜਾ ਵੀ ਬਿੱਲ ਪਾਸ ਕੀਤਾ ਉਹ ਜਦੋਂ ਤੱਕਨ ਭਾਰਤ ਦਾ ਰਾਸ਼ਟਰਪਤੀ ਸਾਈਨ ਨਹੀਂ ਕਰੇਗਾ ਉਹ ਵਾਲਾ ਬਿੱਲ ਜਿਹੜਾ ਕਾਨੂੰਨ ਨਹੀਂ ਬਣਦਾ ਭਾਰਤ ਵਿੱਚ। ਤਾਂ ਇਹ ਭਾਰਤ ਦੇ ਰਾਸ਼ਟਰਪਤੀ ਦੀਆਂ ਕੁਝ ਕਿਹੜੀਆਂ ਸ਼ਕਤੀਆਂ ਸੀ ਬੱਚੋ, ਵਿਧਾਨਿਕ ਸ਼ਕਤੀਆਂ। ਅੱਗੇ ਗੱਲ ਕਰਦੇ ਹਾਂ ਬੱਚੋ ਵਿੱਤ ਸ਼ਕਤੀਆਂ, ਵਿੱਤ ਫਾਈਨੈਂਸ਼ੀਅਲ ਪਾਵਰਸ। ਤਾਂ ਭਾਰਤ ਦੇਸ਼ ਦੇ ਰਾਸ਼ਟਰਪਤੀ ਕੋਲ ਕੁਝ ਫਾਈਨੈਂਸ਼ੀਅਲ ਪਾਵਰਸ ਨੇ, ਵਿੱਤ ਸ਼ਕਤੀਆਂ ਨੇ। ਸਭ ਤੋਂ ਪਹਿਲੀ ਸ਼ਕਤੀ ਜਿਹੜਾ ਧਨ ਬਿੱਲ ਹੈ, ਮਨੀ ਬਿੱਲ, ਆਰਟੀਕਲ ਨੰਬਰ 110 ਦੱਸਿਆ ਸੀ ਤੁਹਾਨੂੰ ਬੱਚੋ, ਮਨੀ ਬਿੱਲ ਹੈ ਵਿਦ ਦਾ ਪ੍ਰਾਇਰ ਕੰਸੈਂਟ ਆਫ ਪ੍ਰੈਜ਼ੀਡੈਂਟ ਆਫ ਇੰਡੀਆ। ਤਾਂ ਮਨੀ ਬਿੱਲ ਜਿਹੜਾ ਹੈ, ਧਨ ਬਿੱਲ ਹੈ, ਉਹ ਲੋਕ ਸਭਾ ਦੇ ਵਿੱਚ ਹੀ ਪੇਸ਼ ਹੁੰਦਾ ਹੈ ਸਭ ਤੋਂ ਪਹਿਲਾਂ। ਔਰ ਧਨ ਬਿੱਲ ਹੈ ਜਾਂ ਨਹੀਂ ਹੈ ਅੰਤਿਮ ਫੈਸਲਾ ਕੌਣ ਕਰਦਾ ਹੈ, ਭਾਰਤ ਦੀ ਲੋਕ ਸਭਾ ਦਾ ਸਪੀਕਰ ਕਰਦਾ ਹੈ। ਤੇ ਰਾਜ ਸਭਾ ਧਨ ਬਿੱਲ ਨੂੰ ਕਿੰਨੇ ਦਿਨਾਂ ਤੱਕ ਰੋਕ ਸਕਦੀ ਸੀ, 14 ਦਿਨਾਂ ਤੱਕ। ਇਹ ਆਪਾਂ ਲੋਕ ਸਭਾ ਤੇ ਰਾਜ ਸਭਾ ਵਾਲੇ ਟੌਪਿਕ ਵਿੱਚ ਪੜ੍ਹਿਆ ਹੈ। ਧਨ ਬਿੱਲ ਕਿਸ ਦੀ ਪਰਮਿਸ਼ਨ ਦੇ ਨਾਲ, ਪ੍ਰਵਾਨਗੀ ਦੇ ਨਾਲ ਪੇਸ਼ ਕੀਤਾ ਜਾਂਦਾ ਹੈ, ਰਾਸ਼ਟਰਪਤੀ ਦੀ ਪ੍ਰਵਾਨਗੀ ਨਾਲ। ਉਸ ਤੋਂ ਬਾਅਦ ਬਜਟ ਆਪਾਂ ਸੁਣਦੇ ਹਾਂ, ਭਾਰਤ ਦਾ ਜਿਹੜਾ ਸਾਲਾਨਾ ਬਜਟ ਹੈ, ਬਜਟ ਸਾਲਾਨਾ ਜਿਹੜਾ ਸਾਲਾਨਾ ਬਜਟ, ਵਾਰਸ਼ਿਕ ਬਜਟ, ਇਹ ਪੇਸ਼ ਕੀਤਾ ਜਾਂਦਾ ਹੈ ਲੋਕ ਸਭਾ ਦੇ ਵਿੱਚ ਹਰ ਸਾਲ। ਕਿਸ ਦੇ ਦੁਆਰਾ, ਭਾਰਤ ਦੇ ਵਿੱਤ ਮੰਤਰੀ ਦੇ ਦੁਆਰਾ, ਭਾਰਤ ਦੇ ਫਾਈਨੈਂਸ ਮਿਨਿਸਟਰ ਦੇ ਦੁਆਰਾ ਪੇਸ਼ ਕੀਤਾ ਜਾਂਦਾ ਹੈ। ਆਰਟੀਕਲ ਨੰਬਰ 112। ਔਰ ਇਸ ਨੂੰ ਪੇਸ਼ ਕੌਣ ਕਰਵਾਉਂਦਾ ਹੈ ਬੱਚਿਓ, ਭਾਰਤ ਦਾ ਰਾਸ਼ਟਰਪਤੀ। ਧਨ ਬਿੱਲ 110 ਨੰਬਰ ਆਰਟੀਕਲ ਇਸ ਦੀ ਪਰਮਿਸ਼ਨ ਨਾਲ ਪੇਸ਼ ਕੀਤਾ ਜਾਂਦਾ ਹੈ ਸਭ ਤੋਂ ਪਹਿਲਾਂ ਕਿੱਥੇ, ਲੋਕ ਸਭਾ ਵਿੱਚ। ਫਿਰ ਸਾਲਾਨਾ ਬਜਟ ਹੈ ਜਿਹੜਾ ਵਿੱਤ ਮੰਤਰੀ ਪੇਸ਼ ਕਰਦੇ ਨੇ ਹਰ ਸਾਲ ਲੋਕ ਸਭਾ ਵਿੱਚ। ਔਰ 112 ਨੰਬਰ ਆਰਟੀਕਲ ਕੌਣ ਪੇਸ਼ ਕਰਵਾਉਂਦਾ ਹੈ, ਭਾਰਤ ਦਾ ਰਾਸ਼ਟਰਪਤੀ। ਰਾਸ਼ਟਰਪਤੀ ਵਿੱਤ ਆਯੋਗ ਦੀ ਨਿਯੁਕਤੀ ਕਰਦਾ ਹੈ ਫਾਈਨੈਂਸ ਕਮਿਸ਼ਨ ਦੀ। ਕਿੰਨੇ ਸਾਲਾਂ ਬਾਅਦ, 5 ਸਾਲਾਂ ਬਾਅਦ। ਆਰਟੀਕਲ ਨੰਬਰ ਭਾਰਤੀ ਸੰਵਿਧਾਨ ਦਾ 280 ਨੰਬਰ ਆਰਟੀਕਲ ਫਾਈਨੈਂਸ ਕਮਿਸ਼ਨ ਦੀ ਗੱਲ ਕਰਦਾ ਹੈ, ਜਿਸ ਦੀ ਨਿਯੁਕਤੀ 5 ਸਾਲਾਂ ਲਈ ਕੌਣ ਕਰਦਾ ਹੈ, ਭਾਰਤ ਦਾ ਰਾਸ਼ਟਰਪਤੀ। ਇਹਦੇ ਬਾਰੇ ਅੱਗੇ ਆਪਾਂ ਪੜਾਂਗੇ। ਵਿੱਤ ਆਯੋਗ ਦਾ ਕੰਮ ਹੁੰਦਾ ਹੈ ਕੇਂਦਰ ਅਤੇ ਰਾਜਾਂ ਦੇ ਵਿਚਕਾਰ ਜਿਹੜੀ ਵੰਡ ਹੈ, ਕਰਾਂ ਦੀ ਵੰਡ ਹੈ, ਟੈਕਸਿਸ ਦੀ ਡਿਵਾਈਡੇਸ਼ਨ ਹੈ, ਉਹ ਕੌਣ ਕਰਦਾ ਹੈ, ਭਾਰਤ ਦਾ ਵਿੱਤ ਆਯੋਗ ਫਾਈਨੈਂਸ ਕਮਿਸ਼ਨ। ਇਸ ਦੀ ਵੀ ਨਿਯੁਕਤੀ ਕੌਣ ਕਰਦਾ ਹੈ, ਭਾਰਤ ਦਾ ਰਾਸ਼ਟਰਪਤੀ। ਇੱਕ ਹੁੰਦਾ ਭਾਰਤ ਦਾ ਕੰਟੀਜੈਂਸੀ ਫੰਡ, ਆਪਾਤਕਾਲੀਨ ਫੰਡ। ਆਪਾਤਕਾਲੀਨ ਇਹਨੂੰ ਕਹਿੰਦੇ ਨੇ ਆਪਾਤਕਾਲੀਨ ਫੰਡ। ਕੰਟੀਜੈਂਸੀ ਫੰਡ ਭਾਰਤ ਦਾ, ਆਪਾਤ ਭਾਰਤ ਦੇ ਵਿੱਚ ਕੋਈ ਰਾਜਾਂ ਵਿੱਚ ਸੋਕਾ ਪੈ ਗਿਆ, ਬਾੜ ਆ ਗਈ, ਆਪਾਤਕਾਲੀਨ ਕੋਈ ਅਜਿਹੀ ਸਥਿਤੀ ਪੈਦਾ ਹੋ ਗਈ ਤਾਂ 267 ਨੰਬਰ ਆਰਟੀਕਲ ਹੈ ਬੱਚਿਓ। ਤਾਂ ਇਹ ਸਿਰਫ ਕਿਸ ਦੀ ਪਰਮਿਸ਼ਨ ਦੇ ਨਾਲ ਇਸ ਦੇ ਵਿੱਚੋਂ ਪੈਸਾ ਖਰਚ ਕੀਤਾ ਜਾ ਸਕਦਾ ਹੈ, ਤਾਂ ਉਸ ਦਾ ਨਾਮ ਹੈ ਭਾਰਤ ਦਾ ਰਾਸ਼ਟਰਪਤੀ, ਪ੍ਰੈਜ਼ੀਡੈਂਟ ਆਫ ਇੰਡੀਆ। ਕੰਟੀਜੈਂਸੀ ਐਮਰਜੈਂਸੀ, ਇਸ ਤਰੀਕੇ ਨਾਲ ਆਪਾਂ ਯਾਦ ਰੱਖ ਸਕਦੇ ਹਾਂ, ਕੰਟੀਜੈਂਸੀ ਐਮਰਜੈਂਸੀ। ਐਮਰਜੈਂਸੀ ਮਤਲਬ ਆਪਾਤਕਾਲੀਨ ਸਥਿਤੀ। ਤਾਂ ਆਓ ਬੱਚਿਓ ਅੱਗੇ ਗੱਲ ਕਰਦੇ ਹਾਂ ਆਪਾਂ ਭਾਰਤ ਦੇ ਰਾਸ਼ਟਰਪਤੀ ਦੀ ਨਿਆਂਪਾਲਿਕਾ ਸੰਬੰਧੀ ਸ਼ਕਤੀਆਂ। ਨਿਆਂਪਾਲਿਕਾ ਦੀਆਂ ਸ਼ਕਤੀਆਂ, ਨਿਆਂ ਸੰਬੰਧੀ ਸ਼ਕਤੀਆਂ, ਜੁਡੀਸ਼ਰੀ ਪਾਵਰਸ। ਤਾਂ ਸਭ ਤੋਂ ਪਹਿਲੀ ਪਾਵਰ ਹੈਗੀ ਹੈ ਜੁਡੀਸ਼ਰੀ ਪਾਵਰ ਦੇ ਵਿੱਚ ਭਾਰਤ ਦੀ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਜਿਹੜੇ ਜੱਜ ਨੇ। ਸੁਪਰੀਮ ਕੋਰਟ ਭਾਰਤ ਦੀ ਸਭ ਤੋਂ ਵੱਡੀ ਅਦਾਲਤ, ਇਸ ਦਾ ਜਿਹੜਾ ਇੱਕ ਮੁੱਖ ਜੱਜ ਹੁੰਦਾ ਹੈ ਔਰ 33 ਉਸ ਦੇ ਨਾਲ ਹੋਰ ਜੱਜ ਹੁੰਦੇ ਨੇ। ਇਸ ਮੁੱਖ ਜੱਜ ਦੀ ਨਿਯੁਕਤੀ ਕੌਣ ਕਰਦਾ ਹੈ, ਭਾਰਤ ਦਾ ਰਾਸ਼ਟਰਪਤੀ।
और इस मुख्य जज की सलाह नाल बाकी जजां की नियुक्ति कौन करता है? भारत का राष्ट्रपति। हाई कोर्ट जिहड़ी कि किसी राज की सब तो वड्डी अदालत हुंदी है, राज की वड्डी अदालत। जिस तरह भारत दे विच पंजाब की गल करिए, पंजाब, हरियाणा, चंडीगढ़ केंद्र शासित प्रदेश है जिहड़ा, और दो राज पंजाब हरियाणा, तिन्नां दी इक्को ही हाई कोर्ट है। कित्थे? चंडीगढ़ विच। तां और कुल भारत दे विच हाई कोर्ट्स हैगियां ने 25। ਤਾਂ ਇਹਨਾਂ 25 ਹਾਈ ਕੋਰਟਾਂ ਦੇ ਜੱਜ ਅਤੇ ਉਹਨਾਂ ਦੇ ਨਾਲ ਜਿੰਨੇ ਵੀ ਜੱਜ ਨੇ, ਮੁੱਖ ਜੱਜ ਅਤੇ ਬਾਕੀ ਜੱਜਾਂ ਦੀ ਨਿਯੁਕਤੀ ਕਿਸ ਦੀ ਸਲਾਹ ਤੇ ਕੀਤੀ ਜਾਂਦੀ ਹੈ? ਰਾਸ਼ਟਰਪਤੀ ਦੀ ਸਲਾਹ ਤੇ ਹੁੰਦੀ ਹੈ। ਸੁਪਰੀਮ ਕੋਰਟ ਦੇ ਮੁੱਖ ਜੱਜ ਨਾਲ, ਫਿਰ ਉਸ ਹਾਈ ਕੋਰਟ ਦੇ ਮੁੱਖ ਜੱਜ ਨਾਲ ਸਲਾਹ ਕਰਕੇ ਭਾਰਤ ਦਾ ਰਾਸ਼ਟਰਪਤੀ ਜਿਹੜਾ ਇਹਨਾਂ ਦੀ ਨਿਯੁਕਤੀ ਕਰਦਾ ਹੈ। ਭਾਰਤ ਦਾ ਰਾਸ਼ਟਰਪਤੀ ਆਰਟੀਕਲ 143 ਦੇ ਵਿੱਚ ਸਲਾਹ ਮੰਗ ਸਕਦਾ ਹੈ। ਸਲਾਹ ਕਿਹਦੇ ਤੋਂ? ਸੁਪਰੀਮ ਕੋਰਟ ਤੋਂ। ਭਾਰਤ ਦੀ ਸੁਪਰੀਮ ਕੋਰਟ ਤੋਂ ਕਿਸੇ ਮਸਲੇ ਦੇ ਉੱਪਰ ਸਲਾਹ ਮੰਗ ਸਕਦਾ ਹੈ। 143 ਨੰਬਰ ਆਰਟੀਕਲ ਕਹਿੰਦਾ ਹੈ ਭਾਰਤੀ ਸੰਵਿਧਾਨ ਦਾ ਰਾਸ਼ਟਰਪਤੀ ਸੁਪਰੀਮ ਕੋਰਟ ਤੋਂ, यानी कि भारत की सुप्रीम कोर्ट के मुख्य जज तो उस दे नाल जिहड़े सहायक जज ने उन्हां तो सलाह मंग सकदा है, एडवाइस लै सकदा है, और उसनूं सलाह देण वास्ते जांदे ने। 5 जज की बेंच जिहड़ी सुप्रीम कोर्ट का मुख्य जज भी उस दे विच शामिल हो सकता है, या आपदे कोई 5 जज जिहड़े ने वो भेज सकता है। ये राष्ट्रपति नूं सलाह दिंदे ने, लेकिन राष्ट्रपति इस सलाह नूं मन्ने या ना मन्ने ਇਹ किस दे उपर डिपेंड करता है? सिर्फ तो सिर्फ भारत के राष्ट्रपति के उपर डिपेंड करता है भी वो ये वाली सलाह नूं मन्ने या ना मन्ने। आर्टिकल 72 72 सज़ा मुआफ़ी। तो भारत के किसी मुजरिम नूं सज़ा हुई है, मौत की सज़ा हुई है, उम्र कैद हुई है, 10 साल की सज़ा हुई है, 5 साल की सज़ा हुई है, तो भारत का राष्ट्रपति उस व्यक्ति की सज़ा नूं माफ़ कर सकता है, घटवा सकता है। तो ये पावर किस दे कोल है? राष्ट्रपति दे कोल। तो एक व्यक्ति राष्ट्रपति दे कोल उसनूं कहंदे ने दया याचिका। दया याचिका। तो कोई भी व्यक्ति जिसनूं सज़ा हुई है वो भारत के राष्ट्रपति कोल अपनी अपील कर सकता है, पार्डन की अपील कर सकता है। गिव मी पार्डनस, मैनू मुआफ़ी दी जाए, सज़ा माफ़ी की अर्जी ला सकता है। तो वो सिर्फ तो सिर्फ एक बार ही राष्ट्रपति को अर्जी ला सकता है। अगर राष्ट्रपति जी ने उसके उपर गौर फरमाया तो उसकी सज़ा जी है माफ़ हो सकती है, घट सकती है, पर दोबारा वो अपनी दया याचिका, अपनी अपील जी है वो किस दे कोल नहीं लगा सकता? राष्ट्रपति कोल। तो ये कुछ न्यायपालिका नाल संबंधित शक्तियां सी राष्ट्रपति दियां। अगे गल करते हैं जी राष्ट्रपति दियां सैनिक शक्तियां। सैनिक शक्तियां की गल करिए तो राष्ट्रपति भारत दियां तिन्ने ही सेनावां, 3 सेनावां जिहड़ियां ने किहड़ियां ने जी? थल सेना, जल सेना और वायु सेना। इंडियन आर्मी, इंडियन नेवी, इंडियन एयर फोर्स। तो तीनों ही सेनावां दे जिहड़े मुखी ने उन्हां नूं कौन नियुक्त करता है? भारत का राष्ट्रपति। और तीनों ही सेनावां का जिहड़ा सुप्रीम कमांडर है, सब तो वड्डा सेनापति है सुप्रीम कमांडर, तो वह भी कौन है? भारत का राष्ट्रपति। तीनों ही सेनावां का सुप्रीम कमांडर कौन है? भारत का राष्ट्रपति। भारत देश का किसी देश नाल युद्ध हो जाता है, युद्ध या शांति की घोषणा, युद्ध या शांति की घोषणा वो कौन कर सकता है? किसी देश नाल लड़ाई लग गई तो उस दे नाल युद्ध की घोषणा करनी है, लड़ाई लगानी है, और युद्ध खत्म हो गया तो शांति की घोषणा करनी है, वो भी कौन करता है? भारत का राष्ट्रपति। सिर्फ तो सिर्फ भारत का राष्ट्रपति। ऐसी सैनिक शक्तियां
ਅੱਗੇ ਗੱਲ ਕਰਦੇ ਹਾਂ ਬੱਚਿਓ ਆਪਾਤਕਾਲੀਨ ਸ਼ਕਤੀਆਂ, ਐਮਰਜੈਂਸੀ ਪਾਵਰ ਕਿਹੜੀਆਂ ਨੇ। ਤਾਂ ਤੁਹਾਨੂੰ ਦੱਸਿਆ ਸੀ ਬੱਚਿਓ ਮੈਂ 352 356 ਤੇ ਆਰਟੀਕਲ 360। ਤਾਂ ਇਹ ਤਿੰਨ ਅਨੁਛੇਦ ਨੇ। 352 ਜਦੋਂ ਲੱਗਦੀ ਹੈ ਦੇਸ਼ ਵਿੱਚ ਤਾਂ ਉਦੋਂ ਹੁੰਦਾ ਹੈ ਰਾਸ਼ਟਰੀ ਆਪਾਤਕਾਲ, ਨੈਸ਼ਨਲ ਐਮਰਜੈਂਸੀ। ਮਤਲਬ ਨੈਸ਼ਨਲ ਐਮਰਜੈਂਸੀ ਇਹ ਭਾਰਤ ਦੇ ਵਿੱਚ ਹੁਣ ਤੱਕ 3 ਵਾਰ ਲੱਗ ਚੁੱਕੀ ਹੈ, 1962, 1971 ਔਰ ਲਾਸਟ ਵਾਰੀ ਲੱਗੀ ਸੀ 1975 ਦੇ ਵਿੱਚ। 1962 ਜਦੋਂ ਭਾਰਤ ਅਤੇ ਕਿਹਦੀ ਲੜਾਈ ਹੋਈ ਸੀ, ਚੀਨ ਦੀ। 1971 ਭਾਰਤ ਅਤੇ ਪਾਕਿਸਤਾਨ ਦੀ ਜਦੋਂ ਲੜਾਈ ਹੋਈ ਸੀ। ਤੇ ਲਾਸਟ ਵਾਰ 1975 ਜਦੋਂ ਇੰਦਰਾ ਗਾਂਧੀ ਜੀ ਨੇ ਦੇਸ਼ ਦੇ ਵਿੱਚ ਆਪਾਤਕਾਲ ਲਗਾਇਆ ਸੀ ਤਾਂ ਉਸ ਟਾਈਮ 1975 ਦੇ ਅੰਤਿਮ ਵਾਰੀ ਭਾਰਤ ਦੇ ਵਿੱਚ ਰਾਸ਼ਟਰੀ ਆਪਾਤਕਾਲ ਲੱਗਿਆ ਸੀ, ਨੈਸ਼ਨਲ ਐਮਰਜੈਂਸੀ। 356 ਇਹ ਕਿਸੇ ਰਾਜ ਵਿੱਚ ਲੱਗਦਾ ਹੈ, ਰਾਸ਼ਟਰਪਤੀ ਸ਼ਾਸਨ ਕਹਿੰਦੇ ਨੇ ਇਹਨੂੰ। ਰਾਸ਼ਟਰਪਤੀ ਸ਼ਾਸਨ ਭਾਰਤ ਦੇ ਕਿਸੇ ਰਾਜ ਵਿੱਚ ਲੱਗਦਾ ਹੈ 356, ਯਾਨੀ ਕਿ ਉਸ ਰਾਜ ਦੀਆਂ ਸਾਰੀਆਂ ਹੀ ਸ਼ਕਤੀਆਂ ਕਿਹਦੇ ਹੱਥ ਵਿੱਚ ਆ ਜਾਂਦੀਆਂ ਨੇ, ਉਸ ਰਾਜ ਦੇ ਰਾਜਪਾਲ ਦੇ ਹੱਥ ਵਿੱਚ। ਰਾਜਪਾਲ ਇਹ ਸਾਰੀਆਂ ਸ਼ਕਤੀਆਂ ਦੀ ਵਰਤੋਂ ਕਰਦਾ ਹੈ ਰਾਸ਼ਟਰਪਤੀ ਦੇ ਨਾਮ ਉੱਪਰ। ਕਿਸੇ ਵੀ ਰਾਜ ਵਿੱਚ 356 ਦਾ ਮਤਲਬ ਹੈ, ਮੰਨ ਲਓ ਪੰਜਾਬ ਦੀ ਗੱਲ ਕਰੀਏ ਤਾਂ ਅਗਰ ਕੈਪਟਨ ਸਰਕਾਰ ਸਹੀ ਕੰਮ ਨਹੀਂ ਕਰੇਗੀ, ਸੰਵਿਧਾਨ ਦੀ ਉਲੰਘਣਾ ਕਰੇਗੀ ਜਾਂ ਕੋਈ ਅਜਿਹਾ ਕੰਮ ਕਰੇਗੀ ਤਾਂ ਪੰਜਾਬ ਦੇ ਵਿੱਚ ਕੀ ਲੱਗ ਸਕਦਾ ਹੈ, ਰਾਸ਼ਟਰਪਤੀ ਸ਼ਾਸਨ। ਔਰ ਰਾਸ਼ਟਰਪਤੀ ਦੇ ਨਾਮ ਦੇ ਉੱਪਰ ਰਾਜ ਕੌਣ ਕਰੇਗਾ ਪੰਜਾਬ ਵਿੱਚ, ਰਾਜਪਾਲ। ਔਰ ਪਹਿਲੀ ਵਾਰੀ ਇਹ ਲੱਗੇਗਾ ਕਿੰਨੇ ਮਹੀਨਿਆਂ ਲਈ, 6 ਮਹੀਨੇ ਲਈ। ਯਾਨੀ ਕਿ 6 ਮਹੀਨੇ ਵਾਸਤੇ ਪਹਿਲੀ ਵਾਰੀ ਆਪਾਤਕਾਲ ਲੱਗੇਗਾ, ਰਾਸ਼ਟਰਪਤੀ ਸ਼ਾਸਨ ਲਾਗੂ ਹੋਏਗਾ ਉਸ ਰਾਜ ਵਿੱਚ 6 ਮਹੀਨੇ ਲਈ। ਕਿੰਨੇ ਮਹੀਨਿਆਂ ਲਈ, 6 ਮਹੀਨਿਆਂ ਲਈ। ਔਰ ਇਹ 6 ਮਹੀਨੇ ਤੋਂ ਦੇ ਵਿੱਚ ਉਸ ਰਾਜ ਵਿੱਚ ਜਿਹੜੀ ਹੈ ਉਹ ਸੰਵਿਧਾਨਿਕ ਸਥਿਤੀ ਨੂੰ ਠੀਕ ਕਰਨਾ ਪਏਗਾ, ਤਾਂ ਹੀ ਜਿਹੜਾ ਉਹ ਅੱਗੇ ਕੰਮ ਚੱਲੇਗਾ। ਰਾਸ਼ਟਰਪਤੀ ਦੇ ਨਾਮ ਤੇ ਉੱਥੇ ਰਾਜ ਕੌਣ ਕਰੇਗਾ, ਉਸ ਰਾਜ ਦਾ ਰਾਜਪਾਲ। 360 ਵਿੱਤੀ ਆਪਾਤਕਾਲ, ਵਿੱਤੀ ਐਮਰਜੈਂਸੀ, ਫਾਈਨੈਂਸ਼ੀਅਲ ਐਮਰਜੈਂਸੀ 360। ਤਾਂ ਇਹ ਹਾਲੇ ਤੱਕ ਭਾਰਤ ਦੇ ਵਿੱਚ ਨਹੀਂ ਲਗਾਈ ਗਈ 360 ਨੰਬਰ। ਤਾਂ ਇਸ ਨੂੰ ਬੜਾ ਸੌਖੇ ਤਰੀਕੇ ਨਾਲ ਬੱਚਿਓ ਯਾਦ ਰੱਖ ਸਕਦੇ ਹਾਂ। ਪਹਿਲਾਂ ਹੈ ਦੇਸ਼, ਪਹਿਲਾਂ ਹਮੇਸ਼ਾ ਰਾਸ਼ਟਰ ਹੈ 352, 4 ਜੋੜੇ 352, 4 356, ਫਿਰ ਆ ਗਿਆ ਰਾਜ। ਤਾਂ ਰਾਸ਼ਟਰ, ਦੇਸ਼ ਤੋਂ ਬਾਅਦ ਭਾਰਤ ਦੇ ਵਿੱਚ ਕੀ ਨੇ, ਰਾਜ। ਫਿਰ ਹੈ ਪੈਸਾ, ਰਾਜਾਂ ਦੇ ਵਿੱਚ ਜਿਹੜਾ ਪੈਸਾ ਹੈ, ਦੇਸ਼ ਦੇ ਵਿੱਚ ਪੈਸਾ ਹੈ, ਤਾਂ ਇਹ ਵਾਲੀ ਐਮਰਜੈਂਸੀ ਲਗਾਈ ਜਾ ਸਕਦੀ ਹੈ 360। ਤਾਂ ਇਹ ਰਾਸ਼ਟਰਪਤੀ ਦੀਆਂ ਕਿਹੜੀਆਂ ਸ਼ਕਤੀਆਂ ਨੇ ਬੱਚਿਓ, ਆਪਾਤਕਾਲੀਨ। ਹਾਂਜੀ ਬੱਚਿਓ ਅੱਗੇ ਗੱਲ ਕਰਦੇ ਹਾਂ ਆਪਾਂ ਰਾਸ਼ਟਰਪਤੀ ਦੀ ਵਿਟੋ ਪਾਵਰ, ਵਿਟੋ ਸ਼ਕਤੀਆਂ। ਵਿਟੋ ਪਾਵਰ ਭਾਰਤੀ ਸੰਵਿਧਾਨ ਦਾ ਆਰਟੀਕਲ 111। ਤਾਂ ਰਾਸ਼ਟਰਪਤੀ ਕੋਲ 3 ਤਰ੍ਹਾਂ ਦੀਆਂ ਵਿਟੋ ਹੁੰਦੀਆਂ ਨੇ ਬੱਚਿਓ, ਐਬਸੋਲਿਊਟ ਵਿਟੋ, ਸਸਪੈਂਸਿਵ ਵਿਟੋ ਔਰ ਪੋਕੇਟ ਵਿਟੋ। ਐਬਸੋਲਿਊਟ ਦਾ ਮਤਲਬ ਵੀ ਰਾਸ਼ਟਰਪਤੀ ਦੇ ਕੋਲ ਕੋਈ ਬਿੱਲ ਆਇਆ ਲੋਕ ਸਭਾ ਤੇ ਰਾਜ ਸਭਾ ਕੋਲੋਂ ਪਾਸ ਹੋਣ ਤੋਂ ਬਾਅਦ ਕੀ ਬਣਨ ਵਾਸਤੇ, ਸਾਈਨ ਹੋਣ ਵਾਸਤੇ। ਰਾਸ਼ਟਰਪਤੀ ਦੇ ਸਾਈਨ ਹੋਣਗੇ ਤਾਂ ਉਹ ਬਿੱਲ ਕੀ ਬਣ ਜਾਏਗਾ, ਕਾਨੂੰਨ ਬਣ ਜਾਏਗਾ। ਤਾਂ ਰਾਸ਼ਟਰਪਤੀ ਉਸ ਦੇ ਉੱਪਰ ਕੀ ਕਰ ਦਿੰਦਾ ਹੈ, ਆਪਣੀ ਕੀ ਕਰ ਦਿੰਦਾ ਹੈ, ਯੈਸ ਕਰ ਦਿੰਦਾ ਹੈ ਵੀ ਇਹ ਬਿੱਲ ਬਿਲਕੁਲ ਠੀਕ ਹੈ, ਐਬਸੋਲਿਊਟ ਠੀਕ ਹੈ, ਯੂ ਆਰ ਐਬਸੋਲਿਊਟਲੀ ਰਾਈਟ। ਤਾਂ ਦੋਨਾਂ ਸਦਨਾਂ ਦਾ ਜਿਹੜਾ ਬਿੱਲ ਆਇਆ ਹੈ ਉਹ ਕੀ ਹੈ, ਠੀਕ ਹੈ। ਤਾਂ ਉਸ ਦੀ ਪਰਮਿਸ਼ਨ ਦੇ ਦੇਗਾ ਰਾਸ਼ਟਰਪਤੀ ਔਰ ਕੀ ਹੋਏਗਾ, ਉਹ ਬਿੱਲ ਪਾਸ ਹੋ ਜਾਏਗਾ ਔਰ ਦੇਸ਼ ਦੇ ਵਿੱਚ ਕਾਨੂੰਨ ਬਣ ਜਾਏਗਾ। ਸਸਪੈਂਸਿਵ ਤਾਂ ਪੁਨਰ ਵਿਚਾਰ, ਰੀਕਨਸੀਡਰ, ਪੁਨਰ ਵਿਚਾਰ। ਤਾਂ ਕੋਈ ਬਿੱਲ ਆਇਆ ਹੈ ਰਾਸ਼ਟਰਪਤੀ ਕੋਲ ਤਾਂ ਰਾਸ਼ਟਰਪਤੀ ਉਸ ਨੂੰ ਵਾਪਸ ਭੇਜ ਸਕਦਾ ਹੈ। ਕਿਸ ਵਾਸਤੇ, ਵੀ ਇਸ ਬਿੱਲ ਦੇ ਉੱਪਰ ਕੀ ਕੀਤਾ ਜਾਵੇ, ਪੁਨਰ ਵਿਚਾਰ ਕੀਤਾ ਜਾਵੇ ਵੀ ਥੋੜੀਆਂ ਬਹੁਤ ਇਹਦੇ 'ਚ ਕੀ ਨੇ, ਖਾਮੀਆਂ ਨੇ। ਪਰ ਇੱਥੇ ਵੀ ਰਾਸ਼ਟਰਪਤੀ ਜਿਹੜਾ ਹੈ ਉਹ ਕੀ ਹੈ, ਮਜਬੂਰ ਹੈ। ਇੱਕ ਵਾਰੀ ਸਿਰਫ ਰਾਸ਼ਟਰਪਤੀ ਪੁਨਰ ਵਿਚਾਰ ਲਈ ਬਿੱਲ ਨੂੰ ਵਾਪਸ ਭੇਜ ਸਕਦਾ ਹੈ।
ਜੇ ਦੁਬਾਰਾ ਰਾਸ਼ਟਰਪਤੀ ਕੋਲ ਉਹੀ ਬਿੱਲ ਆ ਜਾਂਦਾ ਹੈ ਤਾਂ ਰਾਸ਼ਟਰਪਤੀ ਨੂੰ ਉਸ ਬਿੱਲ ਦੇ ਉੱਪਰ ਕੀ ਕਰਨੇ ਪੈਣਗੇ, ਹਸਤਾਖਰ ਕਰਨੇ ਪੈਣਗੇ, ਸਾਈਨ ਕਰਨੇ ਪੈਣਗੇ। यानी कि राष्ट्रपति पुनर्विचार लई कितनी बार बिल नूं वापस भेज सकता है, सिर्फ ते सिर्फ एक बार। तीसरी पावर है पॉकेट विटो। तो इस विटो की वरतों 1986-87 दे विच हाले तकन सिर्फ एक ही राष्ट्रपति ने की है, भारत के 7वें राष्ट्रपति ज्ञानी जैल सिंह जी ने। तो यह बिल सी भारत के किस दे नाल संबंधित, पोस्टल डिपार्टमेंट नाल संबंधित। उस टाइम सी भारत के प्रधानमंत्री राजीव गांधी, तो उस डाक विभाग नाल संबंधित कोई बिल सी, तो उसनूं ज्ञानी जैल सिंह जी ने एक बार हाले तक ने होया हिंदुस्तान विच किहड़ी विटो की वरतों की, पॉकेट विटो की। भी ये उपर गौर फरमान की लोड़ नहीं हैगी, भी ये भारत के लिए इन्ना जरूरी बिल भी नहीं हैगा। पॉकेट का मतलब है जेब। तो भारत के राष्ट्रपति ने वो वाला बिल समझो किहदे च पा लिया, जेब च पा लिया। तो जेब च पा के वो बिल नूं भुल गए। तो वो कौन भुलिया सी पहली बारी ते आखिरी बारी हुण तकन, ज्ञानी जैल सिंह जी, जिहड़े भारत के पहले सिख राष्ट्रपति सी 1986-87 दे विच। तो ये सी बच्चों 3 विटो पावर किहदियां, भारत के राष्ट्रपति दियां। आर्टिकल 111 3 A के 3 ही विटो, एब्सोल्यूट, सस्पेंसिव, पॉकेट विटो। एब्सोल्यूट भी भारत के राष्ट्रपति को बिल आया तो वो उपर वो पहली बार ची साइन कर देगा। सस्पेंसिव दे विच की है, वो पुनर्विचार रीकनसीडर करने लई एक बार उन्होंने वापस भेज सकता है। तो पॉकेट जेब च पा लिया, तो जेब च पा के बिल नूं भुल गया। तो ये सी बच्चों अपनिया भारत के प्रेजिडेंट राष्ट्रपति नाल रिलेटेड पावर्स, शक्तियाँ। और मोस्ट इंपोर्टेंट गल, राष्ट्रपति भारत का 123 नंबर आर्टिकल, अध्यादेश कहते हैं इन्हूं, अध्यादेश, ऑर्डीनेंस 1 2 3। भारत दे विच अगर लोक सभा अते राज सभा दोनों ही जड़ियां ने वो सैशन दे विच नहीं हैगियां। मान लो उन्हां दोनों का ही की नहीं चल रहा, इजलास नहीं चल रहा, उन्हां दी क्लास नहीं लग रही, तो राष्ट्रपति ने कोई बिल पास करना है जिहड़ा कि देश लई जरूरी है, तो राष्ट्रपति उन्होंने कल्ला ही एक आर्डर कर सकता है, अध्यादेश कहते हैं उन्होंने। और आर्टिकल किहड़ा है 1 2 3, तो उस बिल नूं जारी कर सकता है। और ये वाला बिल 6 हफ्ते तकन, ये वाला ऑर्डर है, उस बिल का ऑर्डर है 6 हफ्ते तक लागू रहिंदा है पहली बार। तो अगर लोक सभा और राज सभा जो सैशन में आंदियां ने उस बिल के उपर विचार करदियां ने अगर, तो वो उदों तकन किन्ने हफ्तियां लई रह सकता है, आपदे 6 हफ्तियां तक। तो राष्ट्रपति ने जिहड़ा कल्ले ने आदेश दिता सी वो वध तो वध किन्ने समय लई लागू होएगा, 6 हफ्तियां तक लागू होएगा, जदों तक लोक सभा ते राज सभा का सैशन नहीं हो जाता। तो ये सी बच्चों अपना अज का टॉपिक। पिछले टॉपिक च आपां राष्ट्रपति जी बारे पढ़िया सी, उन्हां दी टैन्योर, कार्यकाल, अज भी आपां डिटेल दे विच उस दे उपर दोबारा जिहड़ा गलबात की है। और भारत के राष्ट्रपति दीयां किहड़ियां शक्तियां ने। और अगली वीडियो च आपां गल करांगे भारत के जिहड़े 14 राष्ट्रपति होए ने हुण तक, किहड़े राष्ट्रपति की किहड़ी खासियत सी, किहड़ी स्पैशैलिटी सी, उस वीडियो की गल करांगे आपां, उस टॉपिक की गल करांगे अपने अगले वीडियो विच। इस तरह ही बच्चों चैनल नूं सबसक्राइब करते रहो, मैक्सीमम बच्चों तक पहुँचाओ और शेयर करते रहो, लाइक करते रहो। तो मिलते हैं बच्चों अगली वीडियो विच। ओके, थैंक यू।